ਵਾਹਿਗੁਰੂ ਸਾਹਿਬ ਜੀਓ। ਗੁਰਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ। ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਤਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੂੰ ਕਥਾ ਸੁਧਾਰੀ। ਦੀਨ ਦੁਨੀਆ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਸਮਰੱਥ ਗੁਰੂ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਪੂਰੇ ਗੁਰੂ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਸਾਵਧਾਨ ਹੋ ਕੇ ਬੈਠੋ। ਖਿਆਲਾਂ ਨੂੰ ਰੋਕ ਕੇ, ਵਿਚਾਰਾਂ ਨੂੰ ਰੋਕ ਕੇ, ਸਰੀਰਾਂ ਨੂੰ ਟਿਕਾ ਕੇ ਗੁਰੂ ਸ਼ਬਦ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰੀਏ। ਦਾਸ ਤੋਂ ਪਹਿਲਾਂ ਆਪ ਜੀ ਨੂੰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਉਹ ਗੁਰਮਤਿ ਵਿਚਾਰਾਂ ਸਰਵਣ ਕਰਾ ਰਹੇ ਸੀ। ਅੱਜ ਦੇ ਸਮਾਗਮ ਦੋ ਮਹਾਂਪੁਰਸ਼ਾਂ ਦੀ ਯਾਦ ਵਿੱਚ ਹਨ ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਕਮਾਇਆ, ਗੁਰੂ ਕੀ ਸਿੱਖੀ ਨੂੰ ਕਮਾਇਆ ਔਰ ਜੀਵਨ ਦੇ ਵਿੱਚ ਗੁਰੂ ਦੀ ਸੇਵਾ ਆਧਾਰ ਬਣਾ ਕੇ ਪੰਥ ਦੀ ਸੇਵਾ ਕੀਤੀ ਹੈ। ਸਤਿਕਾਰਯੋਗ ਬਾਬਾ ਸੂਬਾ ਸਿੰਘ ਜੀ, ਬਾਬਾ ਜਗਤ ਸਿੰਘ ਜੀ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ। ਨਾਮ ਜਿੱਥੇ ਵੀ ਵਸਦਾ ਉਸ ਥਾਂ ਦੇ ਉੱਤੇ ਖਿੱਚ ਬਣ ਜਾਂਦੀ ਹੈ ਹਰ ਇੱਕ ਦੀ। ਜਿਹਦੇ ਅੰਦਰ ਨਾਮ ਵਸਿਆ, ਜਿਹਦੇ ਅੰਦਰ ਬੰਦਗੀ ਵਸੀ ਹੈ, ਉਹ ਮਨੁੱਖ ਖਿੱਚ ਦਾ ਕੇਂਦਰ ਬਣ ਜਾਂਦਾ। ਉਹ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ। ਉਹਦੇ ਵਿੱਚ ਕ੍ਰਾਂਤੀ ਹੁੰਦੀ ਹੈ, ਉਹਦੇ ਵਿੱਚੋਂ ਤਰੰਗਾਂ ਨਿਕਲਦੀਆਂ ਨੇ। ਬਾਣੀ ਵਿੱਚ ਬਚਨ ਆਇਆ, ਚਿੜੀ ਚੁਹਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਜਦੋਂ ਚਿੜੀ ਸਵੇਰੇ, ਇਹ ਟਾਈਮ ਹੁੰਦਾ ਜਦੋਂ ਕੋਹ ਫਟਾਲਾ ਹੁੰਦਾ, ਸਵੇਰੇ ਸੂਰਜ ਚੜ੍ਹਦਾ ਨਾ, ਜਿਹਨੂੰ ਅੰਮ੍ਰਿਤ ਵੇਲਾ ਵੀ ਕਿਹਾ ਹੈ। ਅੰਮ੍ਰਿਤ ਵੇਲਾ ਵੈਸੇ ਗੁਰਸਿੱਖ 2 ਵਜੇ ਤੋਂ ਮੰਨਦੇ ਨੇ, ਸ਼ੁਰੂ ਹੋ ਜਾਂਦਾ। ਕੁਝ 12 ਵਜੇ ਤੋਂ ਵੀ ਮੰਨਦੇ ਨੇ, ਕੁਝ 4 ਵਜੇ ਤੋਂ ਕਰਦੇ ਨੇ। ਪਰ ਜਿੱਥੋਂ ਜਿੱਥੋਂ ਤੱਕ ਕਿਸੇ ਦਾ ਹੱਥ ਪੈਂਦਾ, ਜਦੋਂ ਸੂਰਜ ਨਾ ਚੜ੍ਹਿਆ ਹੋਵੇ ਤੇ ਸਿਰਫ ਲੋ ਲੱਗੀ ਹੋਵੇ, ਉਦੋਂ ਫਿਰ ਇੱਕ ਚਿੜੀ ਬੋਲਦੀ ਹੈ, ਪੰਛੀ ਬੋਲਦੇ ਨੇ।
ਉਹ ਪੰਛੀ ਸਾਨੂੰ ਸੁਨੇਹਾ ਦਿੰਦੇ ਨੇ ਕਿ ਹੁਣ ਉੱਠਣ ਦਾ ਵਕਤ ਹੈ ਤੇ ਰੱਬ ਨੂੰ ਚੇਤੇ ਕਰਨ ਦਾ ਵਕਤ ਹੈ। ਉਹਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਕਿਹਾ ਹੈ। ਔਰ ਜਿਹੜੇ ਜਿਹੜੇ ਗੁਰਮੁਖ ਹੋਏ ਨੇ, ਜਿਹੜੇ ਜਿਹੜੇ ਸਾਧੂ ਗੁਰਮਤਿ ਦੇ ਵਿੱਚ, ਕਿਉਂਕਿ ਗੁਰਮੁਖ ਸਾਧੂ ਇੱਕੋ ਹੀ ਸ਼ਬਦ, ਇੱਕੋ ਸ਼ਖਸੀਅਤ ਦੇ ਵੱਖਰੇ ਵੱਖਰੇ ਨਾਮ ਹਨ, ਅਲੱਗ-ਅਲੱਗ ਨਾਮ ਦਿੱਤੇ ਨੇ ਬਾਣੀ ਦੇ ਵਿੱਚ। ਸਾਧੂ, ਸੰਤ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ, ਜਨ, ਇਹ ਸ਼ਬਦ ਆਏ ਨੇ। ਇਹ ਪੱਕੀ ਗੱਲ ਹੈ ਕਿ ਹਰ ਇੱਕ ਲਾਈਨ ਦੇ ਵਿੱਚ ਗਿਰਾਵਟ ਵੀ ਆਉਂਦੀ ਹੈ। ਗਿਆਨੀ ਜੀ ਆਪ ਜੀ ਨੂੰ ਦੱਸ ਰਹੇ ਸਨ ਵੀ ਗਿਰਾਵਟ ਆਈ ਹੈ, ਇਹ ਅੱਜ ਦੀ ਨਹੀਂ, ਸ਼ੁਰੂ ਤੋਂ ਆਈ ਹੈ। ਤਾਂ ਗੁਰੂ ਸਾਹਿਬ ਨੇ ਬਾਣੀ ਜਦੋਂ ਉਦੋਂ ਉਚਾਰੀ ਸੀ, ਉਦੋਂ ਵੀ ਗੱਲਾਂ ਲਿਖੀਆਂ ਸਨ। ਉਦੋਂ ਇਹਨਾਂ ਗੱਲਾਂ ਦਾ ਲੋਕਾਂ ਨੂੰ ਦੱਸਿਆ ਸੀ ਕਿ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ ਸੇ ਪਸ਼ੂਆ ਸੇ ਢੋਰ ਜੀਓ। ਜਾਂ ਕਬੀਰ ਜੀ ਨੇ ਕਿਹਾ ਕਿ ਹਰ ਜਸ ਸੁਨੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਐ। ਹੋਰ ਸ਼ਬਦ ਆਉਂਦੇ ਨੇ ਕਿ ਕਈ ਪ੍ਰਕਾਰ ਦੇ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਅੰਤਰ ਕਮਲ ਪ੍ਰਭ ਬ੍ਰਹਮ ਕਮਲ ਨਾ ਚੀਨਾ। ਕਾਹੇ ਭਇਆ ਸੰਨਿਆਸੀ, ਭਰਮੀ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਘਰ ਘਰ ਖਾਇਆ ਪੇਟ ਵਧਾਇਆ, ਖਿੰਥਾ ਮੁੰਦਾ ਮਾਇਆ, ਭੂਮ ਮਸਾਨ ਕੀ ਭਸਮ ਲਗਾਈ, ਬਿਨ ਗੁਰ ਤਤ ਨ ਪਾਇਆ। ਕਾਏ ਜਪੋ ਰੇ ਕਾਏ ਤਪੋ ਰੇ, ਕਾਏ ਬਿਲੋਵੋ ਪਾਣੀ, ਲੱਖ 84 ਜਿਨ ਉਪਾਈ, ਸੋ ਸਿਮਰੋ ਨਿਰਬਾਣੀ। ਇਹ ਉਸ ਸ਼ਖਸੀਅਤ ਦਾ ਡਾਊਨਫਾਲ ਜਿਹੜਾ ਹੈ, ਗਿਰਾਵਟ ਵਾਲਾ ਪਾਸਾ ਉਦੋਂ ਵੀ ਸੀ ਜਦੋਂ ਦੀ ਕਬੀਰ ਸਾਹਿਬ ਹੋਏ, ਜਦੋਂ ਦੀ ਦੁਨੀਆ ਚੱਲੀ ਕਹਿ ਲਓ। ਤੇ ਇਹ ਗਿਰਾਵਟ ਕਿਸੇ ਇਕੱਲੀ ਇੱਕ ਲਾਈਨ ਵਿੱਚ ਨਹੀਂ ਆਈ ਕਿ ਇੱਕ ਲਾਈਨ ਦੇ ਵਿੱਚ ਜਾਂ ਸੰਤਾਂ ਵਿੱਚ ਆਈ ਹੋਵੇ ਗਿਰਾਵਟ। ਇਹ ਸਾਡੇ ਕਥਾਵਾਚਕਾਂ ਗਿਆਨੀਆਂ ਵਿੱਚ ਵੀ ਆਈ ਹੈ, ਪਰ ਇਹਦਾ ਜ਼ਿਕਰ ਬੜਾ ਘੱਟ ਹੁੰਦਾ ਹੈ ਕਿਉਂਕਿ ਇਹਦੇ ਇਸ ਲਾਈਨ ਵਿੱਚ ਅਸੀਂ ਆਪ ਹਾਂ। ਇਹ ਗਿਰਾਵਟ ਗ੍ਰੰਥੀ ਸਿੰਘਾਂ ਦੇ ਵਿੱਚ ਵੀ ਆਈ ਹੈ, ਪਰ ਜੇ ਅਸੀਂ ਨੈਗੇਟਿਵ ਨੂੰ ਲੈਂਦੇ ਰਹੇ, ਨੈਗੇਟਿਵ ਨੂੰ ਜ਼ਿਆਦਾ ਸੋਚਦੇ ਰਹੀਏ, ਤੇ ਜਿਹੜੇ ਸਰੋਤਾ ਹੈ ਉਹਦੇ ਵਿੱਚ ਨੈਗੇਟਿਵਿਟੀ ਜ਼ਿਆਦਾ ਭਾਰੂ ਹੋ ਜਾਂਦੀ ਹੈ। ਉਹ ਸੋਚਦਾ ਵੀ ਮੇਰੀ ਕੌਮ ਦੇ ਵਿੱਚ ਆਹ ਹੀ ਕੁਝ ਨੇ। ਸਤਿਗੁਰੂ ਨੇ ਜਿੱਥੇ ਝੂਠ ਦਾ, ਪਖੰਡ ਦਾ ਖੰਡਨ ਕੀਤਾ ਹੈ, ਉੱਥੇ ਸ਼ਖਸੀਅਤ ਦਾ, ਸਾਧੂ ਦਾ, ਗੁਰਮੁਖ ਦੀ ਵਡਿਆਈ ਵੀ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੈ, ਮਹਾਰਾਜ ਉਹਨਾਂ ਦੀ ਵਡਿਆਈ ਵੀ ਕਰਦੇ ਨੇ, ਉਹਨਾਂ ਦੀ ਉਪਮਾ ਵੀ ਕਰਦੇ ਨੇ। ਨਾਲੇ ਸਾਧ ਸੰਗਤ ਜੀ, ਜਿਹੜੇ ਸਿੱਟਿਆਂ ਦੇ ਵਿੱਚ ਦਾਣੇ ਨਾ ਲੱਗਣ, ਉਹਨਾਂ ਨੂੰ ਜ਼ਿਮੀਦਾਰ ਉੱਥੇ ਛੱਡ ਜਾਂਦਾ, ਉਹਨਾਂ ਦਾ ਨਾਂ ਹੀ ਨਹੀਂ ਲੈਂਦਾ। ਉਹ ਗੱਲ ਕਿਹਦੀ ਕਰਦਾ ਹੈ? ਜਿਨ੍ਹਾਂ ਨੂੰ ਦਾਣੇ ਲੱਗੇ ਹੋਏ ਨੇ। ਆਪਾਂ ਝੋਨਾ ਵੱਢਿਆ, ਆਪਾਂ ਕਣਕ ਵੱਢੀ, ਆਪਣਾ ਧਿਆਨ ਕਿਹਦੇ ਤੇ ਹੁੰਦਾ? ਜਿਨ੍ਹਾਂ ਸਿੱਟਿਆਂ ਵਿੱਚ ਦਾਣੇ ਹੋਣ। ਤੇ ਜਿੱਥੇ ਗੁੱਲੀ ਡੰਡਾ ਜ਼ਿਆਦਾ ਹੋਵੇ, ਆਪਾਂ ਕਹਿੰਦੇ ਵੱਢ ਕੇ ਮੱਝਾਂ ਨੂੰ ਚਾਰ ਦਿਓ, ਨਿਕਲਣਾ ਤੇ ਇਹਦੇ ਵਿੱਚੋਂ ਹੈ ਕੁਝ ਨਹੀਂ। ਪਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਅਸੀਂ ਦਾਣਿਆਂ ਵਾਲੇ ਸਿੱਟਿਆਂ ਨੂੰ ਘੱਟ ਗਿਣਦੇ ਹਾਂ, ਤੇ ਜਿਹੜੇ ਦਾਣਿਆਂ ਵਾਲੇ ਨਹੀਂ ਉਹਨਾਂ ਨੂੰ ਜ਼ਿਆਦਾ ਗਿਣਨ ਲੱਗ ਪੈਂਦੇ ਆ। ਉਹਦੇ ਨਾਲ ਇੱਕ ਮਾਨਸਿਕ ਤੌਰ ਤੇ ਗਿਰਾਵਟ, ਅੰਦਰ ਇੱਕ ਮਨ ਦੇ ਵਿੱਚ ਮਾਯੂਸੀ ਪੈਦਾ ਹੁੰਦੀ ਸਾਡੇ ਵਿੱਚ। ਗੁਰੂ ਸਾਹਿਬ ਨੇ ਸਾਨੂੰ ਚੜ੍ਹਦੀ ਕਲਾ ਦੀ ਗੱਲ ਜਿਹੜੀ ਹੈ ਉਹ ਸਿਖਾਈ ਹੈ। ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਨੇ ਕਿਹਾ, ਇੱਕ ਨੂੰ 1.25 ਲੱਖ ਕਹਿਣਾ। ਜਿਵੇਂ ਦੀ ਅਸੀਂ ਚੀਜ਼ ਸੋਚਦੇ ਹਾਂ ਉਹ ਸਾਡੇ ਵਿੱਚ ਵੱਧਦੀ ਜਾਂਦੀ। ਸਾਡੀ ਸੋਚ ਸਾਡੇ ਵਿੱਚ ਵਧਾਉਣਾ ਸ਼ੁਰੂ ਕਰ ਦਿੰਦੀ। ਤਾਂ ਦੋਵੇਂ ਹੀ ਪੱਖ ਨੇ। ਮੇਰੇ ਕਹਿਣ ਦਾ ਭਾਵ ਹੈ ਕਿ ਇਸ ਦਰ ਦੇ ਉੱਤੇ ਉਹ ਵੀ ਹਨ ਜਿਨ੍ਹਾਂ ਨੇ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਿਰ ਦੇ ਦਿੱਤਾ ਤੇ ਆਪਣਾ ਆਪ ਨਹੀਂ ਜਣਾਇਆ, ਆਪਣਾ ਆਪ ਨਹੀਂ ਵਿਖਾਇਆ ਕਿ ਮੈਂ ਕੁਝ ਹਾਂ। ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਤਾਂ ਹੁੰਦੀ ਹੈ, ਗੁਰੂ ਦੀ ਖੁਸ਼ੀ ਤਾਂ ਮਿਲਦੀ ਹੈ ਜਿੱਥੇ ਥੋੜ੍ਹੀ ਜਿਹੀ ਮੈਂ ਆ ਗਈ, ਇਹ ਸਾਰਾ ਕੁਝ ਬੰਦ ਹੋ ਜਾਂਦਾ।
ਕਲਗੀਧਰ ਪਾਤਸ਼ਾਹ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਇਹ ਗੱਲ ਕਹੀ ਸੀ ਹਜ਼ੂਰ ਸਾਹਿਬ ਵਾਲਿਆਂ ਨੂੰ, ਜਦੋਂ ਉਹਨਾਂ ਨੇ ਕਿਹਾ ਵੀ ਜਦੋਂ ਬਾਬਾ ਨਿਧਾਨ ਸਿੰਘ ਜੀ ਨੂੰ ਪੁਜਾਰੀਆਂ ਨੇ ਕੁੱਟਿਆ, ਆਪ ਜੀ ਸੇਵਾ ਕਰਨ ਗਏ ਸੀ ਤੇ ਗੁਰੂ ਸਾਹਿਬ ਤਾਂ ਸਰੀਰ ਤਿਆਗ ਚੁੱਕੇ ਸੀ ਕਲਗੀਧਰ ਪਾਤਸ਼ਾਹ ਦਾ। ਤੇ ਇਹ ਸਾਡਾ ਇੱਕ ਪਿਆਰ ਹੈ, ਸਿੱਖ ਦਾ ਪਿਆਰ ਹੈ, ਬਾਣੀ ਪੜ੍ਹਨ ਵਾਲਿਆਂ ਦਾ ਇਹ ਪਿਆਰ ਹੈ ਕਿ ਸਾਡਾ ਗੁਰੂ ਹਜ਼ੂਰ ਸਾਹਿਬ ਗਿਆ ਸੀ, ਅਸੀਂ ਉਸ ਥਾਂ ਦੇ ਦਰਸ਼ਨ ਕਰੀਏ, ਉੱਥੇ ਜਾ ਕੇ ਭਜਨ ਕਰੀਏ, ਉੱਥੇ ਜਾ ਕੇ ਸਿਮਰਨ ਕਰੀਏ, ਬੰਦਗੀ ਕਰੀਏ। ਇਸ ਗੱਲ ਨੂੰ ਲੈ ਕੇ ਬਾਬਾ ਨਿਧਾਨ ਸਿੰਘ ਜੀ ਉਸ ਦੇਸ਼ ਵੱਲ ਨੂੰ ਤੁਰ ਪਏ ਜਿੱਥੇ ਪ੍ਰੀਤਮ ਗਿਆ ਸੀ। ਇਹ ਪਿਆਰ ਦੀ ਨਿਸ਼ਾਨੀ ਹੈ। ਉਹਦੇ ਮਨ ਵਿੱਚ, ਸਿੱਖ ਦੇ ਮਨ ਵਿੱਚ ਹੋਣਾ ਵੀ ਚਾਹੀਦਾ ਹੈ ਵੀ ਗੁਰੂ ਜਿੱਥੇ ਗਏ ਉਸ ਥਾਂ ਤੇ ਜਾ ਕੇ ਦਰਸ਼ਨ ਕੀਤੇ ਜਾਣ। ਬਾਣੀ ਵਿੱਚ ਮਹਾਰਾਜ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ। ਲੱਗਦਾ ਤੁਸੀਂ ਬਾਣੀ ਕਾਫੀ ਜਾਣਦੇ ਹੋ ਔਰ ਪੜ੍ਹੋਗੇ। ਇੱਕ ਸ਼ਬਦ ਪੜ੍ਹੀਏ ਫਿਰ ਅੱਗੇ ਵਿਚਾਰ ਸ਼ੁਰੂ ਕਰਾਂਗੇ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੇਰੇ ਸੱਜਣ ਤੇਰਾ ਮੁਖ ਸੁਹਾਵਾ ਜੀਓ, ਤੇਰਾ ਮੁਖ ਸੁਹਾਵਾ ਜੀਓ। ਤੇਰਾ ਮੁਖ ਸੁਹਾਵਾ ਜੀਓ, ਤੇਰਾ ਮੁਖ ਸੁਹਾਵਾ ਜੀਓ। ਸਹਿਜ ਧੁਨ ਬਾਣੀ, ਸਹਿਜ ਧੁਨ ਬਾਣੀ, ਸਹਿਜ ਧੁਨ ਚਿਰ ਹੋਵਾ ਦੇਖੇ ਸਾਰੰਗ ਪਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ, ਚਿਰ ਹੋਵਾ ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੇਰੇ ਸੱਜਣ ਗੁਰੂ ਦਾ ਪਿਆਰ ਸਿੱਖ ਦੇ ਵਿੱਚ ਸਦਾ, ਕਿਉਂਕਿ ਪਿਆਰ ਨਾਲ ਹੀ ਜੋੜ ਪੈਣਾ ਹੈ। ਜੇ ਅੰਦਰ ਪਿਆਰ ਹੈ, ਮੁਹੱਬਤ ਹੈ ਤਾਂ ਬਾਕੀ ਚੀਜ਼ਾਂ ਸਾਰੀਆਂ ਛੋਟੀਆਂ ਨੇ। ਕੋਈ ਵੀ ਤੁਸੀਂ ਧਰਮ ਦਾ ਕੰਮ ਕਰੋ, ਉਹਨਾਂ ਸਾਰੇ ਧਰਮ ਦੇ ਕੰਮਾਂ ਦਾ ਜਿਹੜਾ ਸਿਰਾ ਹੈ ਉਹ ਸਾਧ ਸੰਗਤ ਜੀ, ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਮੈਂ ਹੋਰ ਸਾਧਨ ਜਿਹੜੇ ਨੇ ਉਹ ਛੱਡ ਦਿੱਤੇ ਨੇ, ਸਭ ਤੋਂ ਵੱਡਾ ਸਾਧਨ ਕੀਤਾ ਉਹਨੂੰ ਕਹਿੰਦੇ ਨੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੁ ਨਾ ਉਪਜੈ, ਸੋ ਤਨ ਜਾਣ ਮਸਾਨ। ਪ੍ਰੇਮ ਸਭ ਤੋਂ ਵੱਡੀ ਚੀਜ਼ ਹੈ ਤੇ ਪ੍ਰੇਮ ਅੰਦਰ ਜਾਗੇਗਾ, ਅੰਦਰ ਨਿਮਰਤਾ ਹੋਵੇਗੀ, ਅੰਦਰ ਸੰਤੋਖ ਹੋਵੇਗਾ, ਅੰਦਰ ਧੀਰਜ ਹੋਵੇਗਾ, ਗੁਰੂ ਦਾ ਹੁਕਮ ਮੰਨਣ ਦੀ ਅੰਦਰ ਇੱਛਾ ਹੋਵੇਗੀ ਤੇ ਪ੍ਰੇਮ ਜਾਗੇਗਾ ਇੱਕ ਦਿਨ ਗੁਰੂ ਵਾਸਤੇ। ਜਿਹੜੀ ਚੀਜ਼ ਨੂੰ ਅਸੀਂ ਜਪਣੇ ਆ, ਜਿਹੜੀ ਚੀਜ਼ ਨੂੰ ਅਸੀਂ ਵਾਰ-ਵਾਰ ਯਾਦ ਕਰਨੇ ਆ, ਜਿਹੜੀ ਚੀਜ਼ ਨੂੰ ਅਸੀਂ ਦੁਹਰਾਉਂਦੇ ਆ, ਇੱਕ ਦਿਨ ਅੰਦਰ ਉਹਨੂੰ ਤੜਫਣ ਲੱਗ ਪੈਂਦਾ ਉਹਨੂੰ ਮਿਲਣ ਵਾਸਤੇ। ਪਰਮੇਸ਼ਰ ਦਾ ਨਾਮ ਜਪਦੇ ਜਪਦੇ ਇੱਕ ਦਿਨ ਅੰਦਰ ਵਿਰਾਗ ਪੈਦਾ ਹੁੰਦਾ। ਉਹ ਵਿਰਾਗ ਜਦੋਂ ਪੈਦਾ ਹੋਇਆ ਬਾਬਾ ਨਿਧਾਨ ਸਿੰਘ ਜੀ ਦੇ ਅੰਦਰ, ਤੇ ਉਹ ਹਜ਼ੂਰ ਸਾਹਿਬ ਜਾਂਦੇ ਨੇ, ਸੇਵਾ ਕਰਦੇ ਨੇ। ਤੇ ਸਾਧ ਸੰਗਤ ਜੀ, ਇਹ ਗੱਲ ਸ਼ੁਰੂ ਤੋਂ ਰਹੀ ਹੈ।
पैंदी है। चंगी गल तां है भी गुरसिख गुरु के प्यारे ये प्रबंध करन तां चंगी गल है। पर ज़्यादातर की हुंदा है, अपने गुरमुख कहंदे भी नितनेम दे विच बेरसी आ जाती है, प्रबंध विच जाइए, इस करके असीं नहीं प्रबंधक बनना, नितनेम विच कमी आ जाती है। वो ये नहीं सोचते भी जिन्नी को कमी तुहाडे नितनेम विच आएगी, जे गुरुद्वारा साहिब दे विच तुहाडे प्रबंध करन करके गुरमत पैदा होएगी तां ओहदा जिहड़ा बैनीफिट है, ओहदा जिहड़ा लाभ है, वो तुहानूं भी होना नाल। ते जे कोई मनमुख आ गया प्रबंध दे विच ते संगत तड़फदी रहेगी ते ओहदी बद दुआ भी तुहानूं मिलनी। एक पासे ते असीस मिलनी है संगत दी भी गुरु के प्रबंधक चंगे ने, गुरु के प्रबंधक गुरु के शब्द का प्रचार करते हैं, गुरु नाल जोड़ते हैं। पर साध संगत जी जे असी पिछे हट गए, उस प्रबंधक उन्होंने वेख्या भी निधान सिंह की गल बड़ी वधदी जाती है, क्योंकि मैं पहला कहा सी जिहड़ा संत होवेगा उहदे वल खिच पैंदी है बंदे नूं, जिहड़ा साधु होवेगा वो अपने आप अपने वल खिचेगा हर एक नूं। उहदे विचों ऐसियां तरंगां निकलदियां ने, इस तरह के वेव्स निकलते हैं, वो अपने वल खिंचदा। ते कदी कदी बाबा निधान सिंह जी प्यार विच चौंकड़ा ला के बहिंदे ते कोल चार जी आके बह जाते, गुरु दीयां गल्लां करदे ने, बाणी दीयां गल्लां करदे। ये गल प्रबंधकां नूं, ये गल पुजारियां नूं चंगी कित्थों लगे। वो ते कहंदे बंदा बंदे दे बंदा नेड़े ना आवे। उन्हां नूं पहला खतरा ये चढ़ जांदा भी ये जिहड़े इकट्ठे होए ने प्रधानगी मेरे खोण वास्ते इकट्ठे होए ने, ये गल बन जांदी। उन्होंने वो लंबी गल ना करा, एक दिन कुटिया बाबा निधान सिंह जी नूं ते आप जी निराश हो के गड्डी ते चढ़न वास्ते वापस स्टेशन ते आ गए। ते निराश होए जदों चढ़न लगे तो सतगुरु कलगीधर पातशाह ने दर्शन दीदार दिते। जदों दर्शन दीदारे दिते महाराज सच्चे पातशाह जी ने, ते गुरु दे दर्शन, हुण इत्थे सवाल पैदा होवेगा भी की फिर शरीर गुरु शरीर है। गुरु ने तां कह दिता सी कि आग्या भई अकाल की तबै चलायो पंथ, सब सिखण को हुक्म है गुरु मान्यो ग्रंथ। पर ਇਹਦਾ मतलब ਇਹ भी नहीं कि तुसी 10 पातशाहियां दी होंद नूं खंडन करदे हो, नहीं। सिख दे मन विचों 10 पातशाहियां दा प्यार कदी निकल ही नहीं सकदा। पर ਇਹਦੀ समझ तां आवेगी जे तुसी किते पढ़े लिखे विद्वानां कोलों साधु पुरुषां दे कोल बवोगे, ਉਹ ਤੁਹਾਨੂੰ दस सकदे नहीं। ते भुलेखा बड़ा वड्डा जागदा है, अद्धे ते फोटोआं नूं ही गुरु समझन लग पैंदे ने, ते अद्धे फिर खंडन ही करन लग पैंदे भी कुछ है ही नहीं होर, हुण किते नहीं गुरु, गुरु चले गए ने। ये पता कित्थों लगदा है? ये बड़ी पढ़ाई तो बाद पता लगता है कि इस रस्ते दे उत्ते 2 लफ्ज आउंदे ने, सरगुण ते निर्गुण। जदों तुसी सरगुण ते निर्गुण बारे जान लैंदे हो, उदों ये मसला हल हो जाता है कि वो गुरु किहड़े स्वरूप वाले ने जिहड़े शरीर छड्डण तो बाद भी सिखां नूं दर्शन दिंदे रहे। एक नूं नहीं दिते, कईयां नूं दिते ने। आ मैनूं एक गल चेते आ गई, ਇਹਦੇ ਨਾਲ कोई इस तरह की गल नहीं हुंदी भी गुरु ग्रंथ साहिब नालों प्यार घटदा, सगों गुरु ग्रंथ साहिब नाल प्यार वधदा है। वो मां कादी जिहदा पुत्तर ही कोई नहीं, वो गुरु कादा जिहदे संत ही कोई नहीं अगे पैदा हुंदे पे। गुरु संत पैदा करदा है, मां पुत्तर पैदा करदी है, क्योंकि मां कहंदी उन्होंने जिहदा बच्चा होवे, गुरु कहंदे उन्होंने जिन्हें संत बनाए होण। ਜਿਹੜਾ संत ही नहीं पैदा कर सकिया गुरु का दा। एक पासे तो असीं कहने आ भी गुरु ग्रंथ साहिब वो ही स्वरूप ने जो गुरु नानक साहिब जी सन, ते जे गुरु नानक साहिब बाबा बुढ़ा पैदा कर सकते, फिर गुरु ग्रंथ साहिब बाबा बुढ़ा क्यों नहीं पैदा कर सकते? ये तां असीं गुरु की वडियाई छोटी कर दिती भी हुण कोई नहीं संत हुंदा। हाँ, करनी आपो अपनी है, जिवें दी कोई करनी करदा, कोई 1000-1500 दे कपड़े लैके पा के वो भी संत बन सकदा। करनी गल तां करनी दे नाल है ना, पर इहदा मतलब ये नहीं कि नकली आ गए ते असली है ही नहीं। ये तां गुरमत दा विरोध है,
ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧ ਹੈ। ਇਹ ਤੇ ਗੁਰੂ ਦੀ ਗੱਲ ਦਾ ਵਿਰੋਧ ਕਰ ਦਿੱਤਾ ਸਾਰਾ। ਗੁਰੂ ਹਮੇਸ਼ਾ ਸੰਤ ਪੈਦਾ ਕਰਦਾ, ਭਗਤ ਪੈਦਾ ਕਰਦਾ। ਬਾਣੀ ਪੜ੍ਹੋ, ਹਰ ਯੁੱਗ ਯੁੱਗ ਭਗਤ ਉਪਾਇਆ। ਕਿਉਂਕਿ ਗੁਰੂ ਨੇ ਆਪ ਥੋੜ੍ਹੀ ਉੱਠ ਕੇ ਪ੍ਰਚਾਰ ਕਰਨ ਜਾਣਾ, ਅੱਗੇ ਸਿੱਖਾਂ ਨੂੰ ਡਿਊਟੀ ਲਾਉਣੀ, ਤੁਸੀਂ ਪ੍ਰਚਾਰ ਕਰੋ ਭਾਈ ਜਾ ਕੇ। ਹਾਂ, ਜੇ ਕੋਈ ਆਪਣੇ ਪਖੰਡ ਦੇ ਨਾਲ ਲੋਕਾਂ ਨੂੰ ਇਕੱਠੇ ਕਰਕੇ ਆਪਣੇ ਦੁਆਲੇ ਤੇ ਆਪਣੀ ਐਸ਼ ਪ੍ਰਸਤੀ ਤੇ ਮੌਜਾਂ ਮਾਣਨੀਆਂ ਤੇ ਸੈਂਟ ਲਾਣੇ ਤੇ ਵੱਡੀਆਂ ਕਾਰਾਂ ਵਿੱਚ ਘੁੰਮਣਾ ਤੇ ਪ੍ਰਚਾਰ ਦਾ ਪਤਾ ਹੀ ਕੋਈ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਦਾ, ਫਿਰ ਉਹ ਗੁਰੂ ਦਾ ਦੋਸ਼ੀ ਹੈ। ਇਹ ਗੱਲ ਪੱਕੀ ਹੈ। ਅੱਜ ਸਾਨੂੰ ਇਹ ਜਵਾਬ ਦੇਣਾ ਪਏਗਾ ਸੰਗਤ ਨੂੰ। ਪਿੱਛੇ ਜੀ ਪੰਜਾਬ ਦਾ ਇੱਕ ਸਰਵੇ ਹੋਇਆ, ਸਾਧ ਸੰਗਤ ਜੀ, ਛੋਟਾ ਜਿਹਾ ਪੰਜਾਬ ਦਾ ਖਿੱਤਾ ਹੈ ਤੇ ਜਿੰਨੇ ਪਿੰਡ ਨੇ ਉਨੇ ਹੀ ਡੇਰੇ ਨੇ ਤੇ ਜਿੰਨੇ ਪਿੰਡ ਨੇ ਉਦੋਂ ਡਬਲ ਪ੍ਰਚਾਰਕ ਨੇ। ਜੇ ਡੇਰੇ ਨੇ ਨਾ ਤੇ ਪ੍ਰਚਾਰਕ ਵੀ ਹਨ। ਮੈਂ ਪਹਿਲਾਂ ਕਿਹਾ ਸੀ ਵੀ ਇਕੱਲੇ ਤੁਸੀਂ ਡੇਰਿਆਂ ਦੀ ਗੱਲ ਨਾ ਕਰੋ, ਆਪਾਂ ਵੀ ਵਿੱਚ ਆਉਂਦੇ ਹਾਂ। ਜੇ 12,800 ਪਿੰਡ ਹੈ ਤੇ 12,800 ਡੇਰਾ ਹੈ ਤੇ ਫਿਰ 12,800 ਪਿੰਡ ਹੈ ਤੇ 25-26 ਕਥਾਵਾਚਕ ਵੀ ਹਨ। ਕੀ ਉਹਨਾਂ 25-26 ਕਥਾਵਾਚਕਾਂ ਦੀ ਕੋਈ ਡਿਊਟੀ ਨਹੀਂ? ਉਹ ਸਰਵੇ ਕੀਤਾ ਗਿਆ ਕਿ ਪੰਜਾਬ ਦੇ ਸਿਰਫ 30% ਖਿੱਤੇ ਦੇ ਵਿੱਚ ਪ੍ਰਚਾਰ ਹੋ ਰਿਹਾ, ਗੁਰਮਤਿ ਦਾ 70% ਖਿੱਤਾ ਖਾਲੀ ਪਿਆ ਹੋਇਆ। ਬਿਲਕੁਲ ਤੁਸੀਂ ਹੈਰਾਨ ਹੋ ਗਿਆ। ਪਟਿਆਲੇ ਜ਼ਿਲ੍ਹੇ ਦੇ ਨਾਲ ਤੁਸੀਂ ਟੋਹਾਣਾ ਬੈਲਟ ਦੇ ਨਾਲ ਸਿੰਘ ਗਏ ਸਨ ਪਤਾ ਕਰਨ, ਉਹਨਾਂ ਵੇਖਿਆ ਉੱਥੇ ਤੇ ਕਈਆਂ ਪਿੰਡਾਂ ਵਿੱਚ ਤੇ ਗੁਰਦੁਆਰਾ ਹੀ ਕੋਈ ਨਹੀਂ, ਤੇ ਜੇ ਕਿਤੇ ਗੁਰਦੁਆਰਾ ਹੈ ਤੇ ਛੋਟੇ ਜਿਹੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ। ਇੱਧਰ ਫਾਜ਼ਿਲਕਾ ਵੱਲ ਚਲੇ ਜਾਓ, ਤੁਸੀਂ ਫਿਰੋਜ਼ਪੁਰ ਵੱਲ ਚਲੇ ਜਾਓ, ਉਹਨਾਂ ਨੂੰ ਪਤਾ ਵੀ ਨਹੀਂ ਸਿੱਖੀ ਹੁੰਦੀ ਕਿ ਉਹ ਕਹਿੰਦੇ ਸਾਡੇ ਤੱਕ ਕਦੀ ਕੋਈ ਆਏ ਨਹੀਂ। ਅਸੀਂ ਕਿੱਥੇ ਜਾਂਦੇ ਹਾਂ? ਅਸੀਂ ਵੀ ਉੱਥੇ ਜਾਂਦੇ ਹਾਂ ਜਿੱਥੇ ਭਰਵੀਂ ਸੰਗਤ ਸਾਡੀ ਸੰਗਤ ਹੁੰਦੀ ਹੈ। ਅਸੀਂ ਕਹਿੰਦੇ ਹਾਂ ਇੱਥੇ ਸਾਡੀ ਸੰਗਤ, ਅਸੀਂ ਤੇ ਪ੍ਰਚਾਰ ਕਰਨਾ। ਉਹ ਵੀ ਰਜਿਆਂ ਨੂੰ ਰਜਾ ਕੇ ਕੀ? ਗੁਰੂ ਸਾਹਿਬ ਕਿੱਥੇ ਗਏ ਨੇ? ਗੁਰੂ ਸਾਹਿਬ ਉੱਥੇ ਗਏ ਨੇ ਜਿੱਥੇ ਲੋੜ ਸੀ। ਹੁਣ ਇੱਕ ਬੰਦਾ ਪਹਿਲਾਂ ਹੀ ਤੰਦਰੁਸਤ ਹੈ, ਉਹਨੂੰ ਹੋਰ ਦਵਾਈ ਦੇਣ ਦੀ ਕੀ ਲੋੜ ਹੈ? ਦਵਾਈ ਦੀ ਲੋੜ ਤੇ ਉਹਨੂੰ ਹੈ ਜਿਹੜਾ ਬਿਮਾਰ ਪਿਆ ਹੋਇਆ। ਤੇ ਉਹਨਾਂ ਇਲਾਕਿਆਂ ਨੂੰ ਅਸੀਂ ਨਹੀਂ ਫੜਿਆ, ਨਹੀਂ ਉਹਨਾਂ ਨੂੰ ਕੈਚ ਨਹੀਂ ਕੀਤਾ। ਗੁਰੂ ਸਾਹਿਬ ਨੇ ਸਾਧ ਸੰਗਤ ਜੀ ਸਾਰੀ ਦੁਨੀਆ ਵਿੱਚ ਜਾ ਕੇ ਸਿੱਖੀ ਦੀ ਗੱਲ ਕੀਤੀ ਹੈ, ਪਰ ਆਪਾਂ ਪੰਜਾਬ ਨੂੰ ਵੀ ਕਵਰ ਨਹੀਂ ਕਰ ਸਕੇ। ਸਾਡੇ ਕੋਲ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਨੇ, ਸਾਡੇ ਕੋਲ ਵੱਡੇ ਵੱਡੇ ਚੈਨਲ ਵੀ ਨੇ, ਸਾਡੇ ਕੋਲ ਵੱਡੇ ਵੱਡੇ ਸਾਧ ਸੰਗਤ ਜੀ ਤਰੀਕੇ ਵੀ ਨੇ, ਸੰਗਤ ਸਾਡੇ ਨਾਲ ਜੁੜੀ ਹੈ, ਪਰ ਅਸੀਂ ਉਪਰਾਲਾ ਨਹੀਂ ਕਰਦੇ। ਸੋ ਗੱਲ ਮੈਂ ਕਰ ਰਿਹਾ ਸੀ ਬਾਬਾ ਨਿਧਾਨ ਸਿੰਘ ਜੀ ਦੀ ਸਰਗੁਣ ਨਿਰਗੁਣ ਦੀ। ਗੁਰੂ ਦਾ ਦੋ ਰੂਪ ਹੈ, ਇੱਕ ਨਿਰਗੁਣ ਰੂਪ ਹੈ ਜੋ ਨਜ਼ਰ ਨਹੀਂ ਆਉਂਦਾ ਤੇ ਇੱਕ ਸਰਗੁਣ ਰੂਪ ਹੈ ਜੋ ਨਜ਼ਰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦੋ ਰੂਪ ਨੇ, ਇੱਕ ਸਰਗੁਣ ਰੁਮਾਲਾ ਸਾਹਿਬ ਹੈ, ਗੁਰਬਾਣੀ ਦੇ ਅੱਖਰ ਹਨ, ਪੱਤਰੇ ਹਨ, ਇਹ ਸਰਗੁਣ ਰੂਪ ਹੈ। ਇਹਦੀ ਵੀ ਪੂਜਾ ਹੈ, ਇਹਦਾ ਵੀ ਸਤਿਕਾਰ ਹੈ। ਔਰ ਮੈਂ ਬੇਨਤੀ ਕਰਾਂ 2015 ਦੇ ਵਿੱਚ ਇਸ ਸਰਗੁਣ ਸਰੂਪ ਦੀ ਜਿਨ੍ਹਾਂ ਨੇ ਬੇਅਦਬੀ ਕਰਵਾਈ ਤੇ ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ, ਅੱਜ ਉਹਨਾਂ ਲੋਕਾਂ ਦੇ ਮੂੰਹ ਭੰਨ ਕੇ ਰੱਖ ਦਿੱਤੇ ਨੇ ਗੁਰੂ ਨੇ। ਇਹ ਸਰਗੁਣ ਸਰੂਪ ਦੀ ਤਾਕਤ ਹੈ। ਪਰ ਅਸੀਂ ਸਰਗੁਣ ਤੇ ਰੁਕ ਗਏ ਹਾਂ। ਨਿਰਗੁਣ ਹੈ ਗੁਰੂ ਦਾ ਰੂਪ ਜੋ ਆਵਾਜ਼ ਰੂਪ ਹੈ, ਜੋ ਸ਼ਬਦ ਰੂਪ ਹੈ, ਉਹਦੇ ਵਿੱਚ ਗੁਰੂ ਹੈ। ਤੇ ਇੱਕ ਗੁਰੂ ਨੇ ਕਿਹਾ ਮੈਂ ਸਾਰੇ ਥਾਵਾਂ ਤੇ ਮੌਜੂਦ ਹਾਂ ਜਿੱਥੇ ਕੋਈ ਸਿੱਖ ਬਹੁਤ ਹੀ ਕੁਆਲਿਟੀ ਵਾਲਾ ਪੈਦਾ ਹੋ ਜਾਂਦਾ ਹੈ, ਜਿਹਦੇ ਅੰਦਰ ਕੋਈ ਵੱਡੀ ਅੱਖ ਪੈਦਾ ਹੋ ਜਾਂਦੀ ਹੈ, ਉਹਦੀ ਇੱਛਾ ਦੇ ਅਨੁਸਾਰ ਮੈਂ ਉਹਨੂੰ ਉਵੇਂ ਦਾ ਰੂਪ ਬਣਾ ਕੇ ਵੀ ਦਰਸ਼ਨ ਦੇ ਦੇਣਾ ਵਾ। ਇਹ ਗੁਰੂ ਦੀ ਇਹ ਵੀ ਵਡਿਆਈ ਹੈ। ਪਿੱਛੇ ਜਿਹੀ ਮੈਂ ਸਰੀ ਵਿੱਚ ਸੀ, ਕੈਨੇਡਾ ਦੇ ਵਿੱਚ। ਉੱਥੇ ਇੱਕ ਸਿੰਘ ਗੁਰੂ ਘਰ ਵਿੱਚ ਆਇਆ, 35 ਕੁ ਸਾਲ ਦਾ ਹੋਵੇਗਾ ਸਿੰਘ। ਮੈਨੂੰ ਕਹਿੰਦਾ ਵੀ ਘਰ ਜਾਣਾ, ਚਾਹ ਪਾਣੀ ਪੀਣਾ, ਪ੍ਰਸ਼ਾਦਾ ਛਕਣਾ। ਮੈਂ ਕਿਹਾ ਵੀ ਬਣਾ ਲੈਂਗਾ, ਜੇ ਸੋਧ ਕੇ ਚੰਗੀ ਤਰ੍ਹਾਂ ਤੇ ਛਕ ਲਾਂਗੇ, ਕੋਈ ਗੱਲ ਨਹੀਂ, ਤੂੰ ਸਿੰਘ ਹੈ, ਅੰਮ੍ਰਿਤਧਾਰੀ। ਉਹਦੇ ਨਾਲ ਸਾਧ ਸੰਗਤ ਜੀ ਮੈਂ ਚਲਾ ਗਿਆ। ਮੈਂ ਗੱਲ ਕਰ ਲਾਂ, ਗੁਰੂ ਦਾ ਕੋਈ ਇੱਕ ਰੂਪ ਨਹੀਂ। ਜੇ ਗੁਰੂ ਰੱਬ ਹੈ ਤੇ ਰੱਬ ਦੇ ਅਨੇਕ ਰੂਪ ਨੇ, ਫਿਰ ਗੁਰੂ ਦੇ ਕਿਵੇਂ ਇੱਕ ਰੂਪ ਹੈ? ਗੁਰੂ ਦੇ ਵੀ ਅਨੇਕ ਰੂਪ ਨੇ, ਕੋਈ ਪਤਾ ਨਹੀਂ ਕਿਹੜੇ ਰੂਪ ਵਿੱਚ ਆ ਜਾਏ।
ਸਾਡੇ ਕੋਲ ਕਿੰਨੇ ਰੂਪਾਂ ਵਿੱਚ ਆਏ ਹੁਣ ਸਤਿਗੁਰੂ ਸਾਹਿਬ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ। ਉਹ ਕਹਿੰਦਾ ਵੀ ਜਦੋਂ ਘਰ ਗਏ ਤੇ ਸਾਧ ਸੰਗਤ ਜੀ, ਉਮਰ ਥੋੜੀ ਸੀ ਸਿੰਘ ਦੀ ਤੇ ਦਾੜਾ ਸੀ ਚਿੱਟਾ, ਤੇ ਜਦੋਂ ਘਰ ਗਏ ਤੇ ਉੱਥੇ ਸਾਧ ਸੰਗਤ ਜੀ, ਉਹਦੀ ਘਰ ਵਾਲੀ ਸਿੰਘਣੀ ਸੀ ਉਹ ਲੜਕੀ, ਉਹ ਕੇਸ ਕੱਟੇ ਹੋਏ ਤੇ ਸਾਰਾ ਕੁਝ ਇਸ ਤਰ੍ਹਾਂ ਦਾ ਰਹਿਣ ਸਹਿਣ, ਪਰ ਉਹਦੇ ਵਿੱਚ ਸ਼ਰਧਾ ਚਲੋ ਬੜੀ ਸੀ। ਉਹਨੇ ਫਤਿਹ ਬੁਲਾਈ। ਮੈਂ ਸੋਚਿਆ ਵੀ ਹੁਣ ਸਾਡਾ ਇਹ ਯਤਨ ਹੁੰਦਾ ਵੀ ਕਿਤੇ ਅੰਮ੍ਰਿਤਧਾਰੀ ਥਾਵਾਂ ਤੋਂ ਛਕੀਏ, ਪਰ ਕਿਤੇ ਪਿਆਰ ਵਸ ਇਸ ਤਰ੍ਹਾਂ ਵੀ ਲਕੀਰ ਦੇ ਫਕੀਰ ਮੈਂ ਕਦੀ ਬਣਿਆ ਨਹੀਂ। ਉਹਨੇ ਕਿਹਾ ਵੀ ਤੁਸੀਂ ਜਿਵੇਂ ਛਕਣਾ ਮੈਨੂੰ ਦੱਸ ਦਿਓ, ਵੀ ਮੇਰੇ ਅੰਦਰ ਭਾਵਨਾ ਬੜੀ ਹੈ ਪਰ ਮੇਰਾ ਬਾਹਰਲਾ ਸਰੂਪ ਨਹੀਂ ਠੀਕ। ਉਹ ਮਾਈ ਜਿਹੜੀ ਉਹ ਬੀਬੀ ਸੀ ਉਹ ਬੜੀ ਸਿਆਣੀ ਸੀ, ਤੇ ਸਿੰਘ ਕੋਲ ਬੈਠਾ, ਉਹਦੀ ਸਾਧ ਸੰਗਤ ਜੀ ਕੇਸ ਦਾੜੀ ਬੜੀ ਸੋਹਣੀ ਚਮਕੇ। ਆਪਾਂ ਜਿਵੇਂ ਤੇਲ ਲਾਉਂਦੇ ਹਾਂ ਤੇ ਬੜਾ ਸੋਹਣੀ ਚਮਕ ਨਹੀਂ ਆਉਂਦੀ, ਕਿਤੇ ਚਿੱਟੇ ਕੇਸ, 35 ਸਾਲ ਦੀ ਉਮਰ, ਸਾਰੀ ਦਾੜੀ ਚਿੱਟੀ ਤੇ ਕੇਸ ਚਮਕਣ। ਮੈਂ ਸੁਭਾਵਕ ਉਹਨੂੰ ਪੁੱਛ ਲਿਆ ਵੀ ਗੁਰੂ ਕੇ ਸਿੰਘਾ ਤੂੰ ਤੇਲ ਕਾਹਦਾ ਲਾਉਣਾ ਹੈ, ਵੀ ਤੇਰੀ ਦਾੜੀ ਬੜੀ ਸੋਹਣੀ ਚਮਕਦੀ ਏ, ਵਾਲ ਇਸ ਤਰ੍ਹਾਂ ਦੇ ਕਦੀ ਵੇਖੇ ਨਹੀਂ ਕਿਸੇ ਦੇ, ਖਿੱਚ ਪੈਂਦੀ ਉਹਦੇ ਵਾਲਾਂ ਵੱਲ ਵੇਖ ਕੇ। ਜਦੋਂ ਮੈਂ ਗੱਲ ਕਹੀ ਤੇ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਮੈਂ ਕਿਹਾ ਵੀ ਕੀ ਗੱਲ, ਕੋਈ ਕਮਾਲ ਹੋ ਗਈ। ਮੈਂ ਤੇ ਤੇਲ ਪੁੱਛਿਆ ਤੇ ਇਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਕਹਿੰਦਾ ਗਿਆਨੀ ਜੀ ਗੱਲ ਲੰਮੀ ਹੈ। ਮੈਂ ਕਿਹਾ ਗੱਲ ਕਿਹੜੀ? ਕਹਿੰਦੇ ਮੈਂ ਇੱਕ ਦਿਨ ਏਅਰਪੋਰਟ ਤੋਂ ਆ ਰਿਹਾ ਸੀ ਤੇ ਕੈਸਟ ਲੱਗੀ ਹੋਈ ਸੀ, ਤੇ ਉਹਦੇ ਵਿੱਚ ਸਾਹਿਬਜ਼ਾਦਿਆਂ ਦੀ ਕੈਸਟ ਲੱਗੀ ਹੋਈ ਸੀ, ਉਹਨਾਂ ਦੀ ਕੁਰਬਾਨੀ ਦੀ। ਮੇਰੇ ਸਨ ਕੇਸ ਕੱਟੇ ਹੋਏ ਸਿਰ ਦੇ ਵੀ ਤੇ ਦਾੜੀ ਦੇ ਵੀ। ਜਦੋਂ ਮੈਂ ਸੁਣੀ ਤੇ ਮੇਰੇ ਮਨ ਨੂੰ ਗੱਲ ਵੱਜ ਗਈ ਵੀ ਮਣਾ ਉਹਨਾਂ ਨੇ ਕੀ ਕੀਤਾ ਸੀ ਤੇ ਤੂੰ ਕੀ ਕਰਦਾ ਫਿਰਨਾ। ਕਹਿੰਦੇ ਮੈਂ ਗੱਡੀ ਸਾਈਡ ਤੇ ਲਾਈ ਤੇ ਅੱਧਾ ਘੰਟਾ ਰੋਂਦਾ ਹੀ ਰਿਹਾ। ਫਿਰ ਮੈਂ ਗੁਰਦੁਆਰਾ ਸਾਹਿਬ ਗਿਆ ਤੇ ਉਦਣ ਜਾ ਕੇ ਅਰਦਾਸ ਕਰ ਦਿੱਤੀ ਵੀ ਸੱਚੇ ਪਾਤਸ਼ਾਹ ਨੂੰ ਪਰਤ ਕੇ ਕੇਸ ਨਹੀਂ ਕਟਾਉਣੇ। ਤੇ ਅਗਲੀ ਵਾਰੀ ਜਦੋਂ ਅੰਮ੍ਰਿਤ ਸੰਚਾਰ ਹੋਇਆ ਤੇ ਮੈਂ ਅੰਮ੍ਰਿਤ ਛਕ ਲਿਆ। ਕਹਿੰਦੇ ਅੰਮ੍ਰਿਤ ਤੇ ਛਕ ਲਿਆ, ਪਰ ਜਦੋਂ ਕੇਸ ਵੱਡੇ ਹੋਏ ਤੇ ਸਾਰੇ ਚਿੱਟੇ ਰੰਗ ਦੇ ਆ ਗਏ। ਤੇ ਮੈਂ ਸੋਚਿਆ ਵੀ ਨਾਲ ਦੀ ਘਰ ਵਾਲੀ ਜਿਹੜੀ ਹੈ ਉਹ ਵਿਚਾਰੀ ਕੀ ਆਂਦੀ ਹੋਵੇ ਵੀ 35 ਸਾਲ ਦੀ ਉਮਰ ਵਿੱਚ ਵਾਲ ਚਿੱਟੇ ਆ ਗਏ ਨੇ। ਕਹਿੰਦੇ ਮੈਂ ਚੁੱਕ ਕੇ ਕਲਫ ਲਾ ਲਈ ਵੀ ਇਹ ਤਾਂ ਕੋਈ ਪਾਪ ਨਹੀਂ, ਵੀ ਰੰਗ ਹੀ ਹੈ, ਕੋਈ ਗੱਲ ਨਹੀਂ। ਮੈਂ ਲਾ ਲਈ ਉਹ ਕਲਫ, ਪਰ ਬਾਕੀ ਸਾਰੀ ਰਹਿਤ ਬਹਿਤ ਉਸ ਤਰ੍ਹਾਂ ਹੀ ਰੱਖੀ। ਸਗੋਂ ਕਹਿੰਦਾ ਮੇਰੀ ਘਰ ਵਾਲੀ ਨੇ ਕਿਹਾ ਵੀ ਜੇ ਤੇਰਾ ਮਨ ਨਹੀਂ ਕਰਦਾ ਤੇ ਮੇਰੇ ਵੱਲੋਂ ਤੈਨੂੰ ਕੋਈ ਰੁਕਾਵਟ ਨਹੀਂ। ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਅਸੀਂ ਧਰਮ ਕਮਾਉਂਦੇ ਹਾਂ ਤੇ ਨਾਲ ਦਾ ਸਾਥੀ ਜਿਹੜਾ ਸਹਿਯੋਗ ਕਰਦਾ ਹੋਵੇ। ਨਹੀਂ ਤੇ ਕਈਆਂ ਦੇ ਘਰ ਦੇ ਵਿੱਚ ਇਹ ਵੀ ਡਾਂਗ ਖੜਕਦੀ ਰਹਿੰਦੀ ਹੈ। ਉਹ ਕਹਿੰਦਾ ਮੈਂ ਕਲਫ ਲਾਉਣ ਲੱਗ ਪਿਆ ਤੇ ਉਹਦੀ ਸੀ ਦੁਕਾਨ ਸੀ ਗਰੋਸਰੀ ਦੀ, ਸੌਦੇ ਦੀ। ਉਹ ਜਾਂਦਾ ਹੈ, ਵੇਖੋ ਕਿਤੇ ਕਿਤੇ ਗੁਰੂ ਦੀ ਮੌਜ ਹੈ ਕਿ ਉਹ ਕਿੱਥੇ ਜਾ ਕੇ ਕਿਸੇ ਇੱਕ ਬੰਦੇ ਨਾਲ ਗੱਲ ਕਰ ਲੈਂਦਾ। ਕਹਿੰਦਾ ਮੇਰੀ ਦੁਕਾਨ ਤੇ ਸਿੰਘ ਆਉਣ ਅੰਮ੍ਰਿਤਧਾਰੀ, ਤੇ ਉਹਨਾਂ ਨੇ ਜਿੰਨੇ ਆਉਣਾ ਸੌਦਾ ਬਾਅਦ ਵਿੱਚ ਲੈਣਾ, ਪਹਿਲਾਂ ਮੈਨੂੰ ਕਹਿਣਾ ਵੀ ਆ ਤੂੰ ਕਲਫ ਕਿਉਂ ਲਾਉਣਾ। ਮੈਂ ਬੜਾ ਤੰਗ ਆ ਗਿਆ। ਕਹਿੰਦੇ ਹੌਲੀ ਹੌਲੀ ਮੈਂ ਉਹਨਾਂ ਦੇ ਅੱਗੇ ਬਿਲਕੁਲ ਕਰੜੇ ਰੂਪ ਵਿੱਚ ਕਹਿ ਦਿੱਤਾ ਵੀ ਮੈਂ ਤੇ ਲਾਉਣੀ ਲਾਉਣੀ, ਤੁਸੀਂ ਮੇਰੀ ਦੁਕਾਨ ਤੇ ਆਉਣਾ ਹੁੰਦਾ ਤੇ ਆਇਆ ਕਰੋ, ਨਹੀਂ ਆਉਣਾ ਤੇ ਨਾ ਆਓ। ਤੁਸੀਂ ਦੁਕਾਨ ਤੇ ਨਹੀਂ ਆਉਣਾ ਤੇ ਨਾ ਆਓ। ਜਦੋਂ ਇਹ ਗੱਲ ਹੋਈ ਮੈਂ ਅੜ ਗਿਆ ਤੇ ਮੈਂ ਦੁਕਾਨ ਤੋਂ ਇੱਕ ਦਿਨ ਦੁਪਹਿਰੀ ਪ੍ਰਸ਼ਾਦਾ ਛਕਣ ਘਰ ਆਇਆ ਸੀ ਤੇ ਉਹ ਸਾਹਮਣੇ ਵਾਲੇ ਕਮਰੇ ਵਿੱਚ ਲੰਬਾ ਪਿਆ ਹੋਇਆ ਸੀ। ਅੱਖਾਂ ਬੰਦ ਸਨ ਤੇ ਥੋੜਾ ਜਿਹਾ ਜਿਵੇਂ ਬੰਦਾ ਸੁਸਤਾਂਦਾ ਹੈ। ਇੱਕਦਮ ਕਹਿੰਦਾ ਮੇਰੇ ਕਮਰੇ ਦੇ ਵਿੱਚ ਪ੍ਰਕਾਸ਼ ਹੋਇਆ ਤੇ ਮੈਨੂੰ ਨਹੀਂ ਸੀ ਪਤਾ ਵੀ ਗੁਰੂ ਸਾਹਿਬ ਇਸ ਤਰ੍ਹਾਂ ਦਰਸ਼ਨ ਵੀ ਦੇ ਦਿੰਦੇ ਹੁੰਦੇ ਨੇ, ਕਿਉਂਕਿ ਮੇਰੇ ਵਿੱਚ ਕੋਈ ਯੋਗਤਾ ਹੀ ਨਹੀਂ ਸੀ। ਮੈਂ ਤਾਂ ਕਲਫਾਂ ਲਾਈਆਂ ਹੋਈਆਂ ਨੇ, ਮੈਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦਾ। ਮੈਂ ਸਾਹਮਣੇ ਵੇਖਿਆ ਤੇ ਦਸਮ ਪਾਤਸ਼ਾਹ ਪ੍ਰਤੱਖ ਰੂਪ ਵਿੱਚ ਖੜੇ ਨੇ। ਕਹਿੰਦੇ ਬਸ ਇੰਨਾ ਉਹਨਾਂ ਦਾ ਤੇਜ ਸੀ ਕਿ ਮੇਰਾ ਸਰੀਰ ਕੰਬਣ ਲੱਗ ਪਿਆ। ਬਸ ਦੋ ਘਟਨਾਵਾਂ ਮੈਨੂੰ ਚੇਤਾ ਨੇ। ਇੱਕ ਤੇ ਉਹਨਾਂ ਨੇ ਇਹ ਸ਼ਬਦ ਕਿਹਾ ਕਰੜੇ ਲਫ਼ਜ਼ਾਂ ਦੇ ਵਿੱਚ, ਸਿੰਘਾ ਆ ਕਾਲਖ ਕਿਉਂ ਲਾਉਣਾ, ਪਰਤ ਕੇ ਨਹੀਂ ਲਾਉਣੀ। ਤੇ ਦੂਜਾ ਉਹਨਾਂ ਦੀਆਂ ਅੱਖਾਂ ਵਿੱਚੋਂ ਦੋ ਕਿਰਨਾਂ ਨਿਕਲ ਕੇ ਤੇ ਮੇਰੇ ਦਾੜੀ ਦੇ ਕੇਸਾਂ ਤੇ ਉੱਤੇ ਪੈ ਰਹੀਆਂ ਸਨ।
ਤੇ ਉਹਦੀਆਂ ਅੱਖਾਂ ਵਿੱਚੋਂ ਸਿੰਘ ਦੇ ਪਾਣੀ ਆ ਗਿਆ। ਕਹਿੰਦੇ ਗਿਆਨੀ ਜੀ ਤੇਲ ਕੋਈ ਨਹੀਂ ਲਾਉਂਦਾ, ਇਹਦੇ ਉੱਤੇ ਕਲਗੀਆਂ ਵਾਲੇ ਦੀ ਦ੍ਰਿਸ਼ਟੀ ਪਈ ਹੈ, ਕੇਸ ਤਾਂ ਇੰਨੇ ਚਮਕਦੇ ਪਏ ਨੇ। ਇਹ ਗੁਰੂ ਦੇ ਕਿੰਨੇ ਰੂਪ ਨੇ। ਜਦੋਂ ਅਸੀਂ ਤੰਗ ਬੁੱਧੀ ਨਾਲ ਸੋਚਨੇ ਆ ਉਦੋਂ ਅਸੀਂ ਗੁਰੂ ਨੂੰ ਇੱਕ ਮਨੁੱਖ ਇੱਕੋ ਰੂਪ ਦੇ ਵਿੱਚ ਜਾਣਦੇ ਆ। ਪਰ ਸਾਧ ਸੰਗਤ ਜੀ ਗੁਰੂ ਦਾ ਤਾਂ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਹੈ ਗੁਰੂ ਜੋਤ ਏ, ਇਹ ਨਹੀਂ ਕਿ ਗੁਰੂ ਇੱਕ ਥਾਂ ਤੇ ਹੈ। ਉਹ ਤਾਂ ਵਕਤੀ ਤੌਰ ਤੇ ਇੱਕ ਕਿਤੇ ਕਿਤੇ ਕਦੀ ਕਦੀ ਆਪਣੀ ਹੋਂਦ ਪ੍ਰਗਟ ਕਰਨ ਵਾਸਤੇ ਲਿਆਉਂਦਾ ਹੈ। ਸਿੱਖ ਨੇ ਉਹਦਾ ਧਿਆਨ ਨਹੀਂ ਕਰਨਾ ਵੀ ਕੋਈ ਮੂਰਤੀ ਬਣਾ ਕੇ ਕੋਈ ਫੋਟੋ ਬਣਾ ਕੇ ਉਹਦਾ ਧਿਆਨ ਕਰਨਾ ਹੈ। ਉਹ ਤੇ ਗੁਰੂ ਕਿਤੇ ਆਪ ਖੁਸ਼ ਹੋ ਕੇ ਕਿਸੇ ਸਿੱਖ ਤੇ ਤਰਸ ਕਰ ਦਿੰਦਾ ਹੈ। ਕਈ ਉਹਨੂੰ ਸਾਰੀ ਉਮਰ ਉਡੀਕਦੇ ਰਹਿੰਦੇ ਨੇ ਤਾਂ ਵੀ ਨਹੀਂ ਉਹ ਦਰਸ਼ਨ ਦਿੰਦਾ, ਤੇ ਕਈ ਉਹਨੂੰ ਯਾਦ ਵੀ ਨਹੀਂ ਕਰਦੇ। ਤੇ ਇਹ ਮੌਜੀ ਹੈ, ਚੋਜੀ ਹੈ। ਇਸ ਲਈ ਮਹਾਰਾਜ ਕਹਿੰਦੇ ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਇਹ ਉਹਦੀ ਮੌਜ ਹੈ। ਇਹ ਸਰਗੁਣ ਤੇ ਨਿਰਗੁਣ ਦੀ ਖੇਡ ਹੈ। ਇਹ ਸਰਗੁਣ ਜਿਹੜਾ ਰੂਪ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨ ਸਰਗੁਣ ਰੂਪ ਸਰੀਰ ਵਿੱਚ ਆਏ, ਤੇ ਉਹਨਾਂ ਨੇ 239 ਸਾਲਾਂ ਵਿੱਚ ਸ਼ਬਦ ਦਾ ਰੂਪ ਧਾਰਨ ਕਰ ਲਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਤੇ ਆਪ ਫਿਰ ਨਿਰਗੁਣ ਰੂਪ ਦੇ ਵਿੱਚ ਸ਼ਬਦ ਦੇ ਵਿੱਚ ਟਿਕ ਗਏ, ਔਰ ਉਹ ਰੂਪ ਧਾਰ ਲਿਆ ਜਿਹੜਾ ਸਾਰੀ ਦੁਨੀਆ ਦੇ ਵਿੱਚ ਮੌਜੂਦ ਹੈ, ਸਾਰੇ ਥਾਵਾਂ ਤੇ ਮੌਜੂਦ ਹੈ। ਆ ਇੱਕ ਸਿੱਖ ਦਾ ਜ਼ਿਕਰ ਆਉਂਦਾ ਸਾਧ ਸੰਗਤ ਜੀ। ਉਹ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਇਆ ਸੀ। ਪਹਿਲਾ ਸਿੱਖ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਉਹ ਸੀ ਭਾਈ ਭਗੀਰਥ। ਇੱਥੇ ਮਲਸੀਆਂ ਪੈਂਦਾ ਕੋਲ, ਉੱਥੋਂ ਦਾ ਰਹਿਣ ਵਾਲਾ ਸੀ। ਦੇਵੀ ਦੀ ਪੂਜਾ ਕਰਦਾ ਸੀ, ਤੇ ਦੇਵੀ ਉੱਥੇ ਝਾੜੂ ਫੇਰਦੀ ਸੀ ਮਹਾਰਾਜ ਦੇ ਅਸਥਾਨ ਤੇ। ਹੁਣ ਅਸੀਂ ਤੇ ਇੱਥੋਂ ਵੀ ਲੜ ਪਏ ਨੇ ਨਾ ਦੇਵੀ ਦੇਵਤਿਆਂ ਤੋਂ ਵੀ ਉਹਨਾਂ ਦਾ ਨਾਂ ਹੀ ਨਾ ਲਵੋ। ਤੇ ਜੇ ਕੋਈ ਇੱਥੇ ਹੁਣ ਦੇਵਤਾ ਦੇਵੀ ਦੇਵਤਾ ਆ ਜਾਏ ਦੀਵਾਨ ਸੁਣਨ ਤੇ ਉਹਨੂੰ ਬਾਹਰ ਕੱਢੋਗੇ। ਆਪੇ ਤੇ ਕਹਿੰਦੇ ਉਹ ਉਪਦੇਸ਼ ਚੋਂ ਵਰਨਾ ਕਹੋ ਸਾਂਝਾ, ਤੇ ਫਿਰ ਉਹਨਾਂ ਦੇ ਮਗਰ ਕਿਉਂ ਡੰਗ ਲੈ ਕੇ ਤੁਰੇ ਫਿਰਦੇ ਹੋ। ਪਿੱਛੇ ਜੀ ਕਿਸੇ ਨੇ ਬਿਆਨ ਦੇ ਦਿੱਤਾ ਬਈ ਹਰਿਮੰਦਰ ਸਾਹਿਬ ਜਦੋਂ ਬਣਿਆ ਸੀ ਉੱਥੇ ਪਤਾ ਨਹੀਂ ਕਿਹੜਾ ਦੇਵਤਾ ਸੀ, ਉਹ ਵੀ ਆਇਆ ਸੀ ਸੇਵਾ ਕਰਨ। ਉਹ ਸਿੱਖ ਆਪਸ ਵਿੱਚ ਇਦੋਂ ਲੜ ਪਏ, ਕਿਉਂਕਿ ਲੜਨਾ ਸਾਡਾ ਸੁਭਾਅ ਪਤਾ ਨਹੀਂ ਕਿਉਂ ਬਣ ਗਿਆ। ਅਖੇ ਜੀ ਦੇਵਤਿਆਂ ਦਾ ਨਾਂ ਕਿਉਂ ਤੂੰ ਲਿਆ ਹੈ? ਮੈਨੂੰ ਪੁੱਛ ਲਿਆ ਕਿਸੇ ਨੇ ਵੀ ਇਹ ਗੱਲ ਇਹਨੇ ਠੀਕ ਕੀਤੀ ਹੈ ਕਿ ਨਹੀਂ, ਵੀ ਦੇਵਤਾ ਸੇਵਾ ਕਰਨ ਆਇਆ ਸੀ। ਮੈਂ ਕਿਹਾ ਤੂੰ ਬਾਣੀ ਪੜ੍ਹੀ ਹੈ ਕਦੀ? ਕਹਿੰਦਾ ਬਾਣੀ ਸਹਿਜ ਪਾਠ ਕਰਨੇ ਆ ਅਸੀਂ, ਤੇ ਵਿਚਾਰ ਕਰਨੇ ਆ ਬਸ, ਅਸੀਂ ਵਾਰ-ਵਾਰ ਨਹੀਂ ਦੁਹਰਾਉਂਦੇ। ਮੈਂ ਸਮਝ ਗਿਆ ਉਹਦੀ ਗੱਲ। ਮੈਂ ਕਿਹਾ ਤੂੰ ਪੜ੍ਹੀ ਵੀ ਨਹੀਂ ਤੇ ਤੂੰ ਵਿਚਾਰ ਵੀ ਨਹੀਂ ਕੀਤੀ। ਉਹ ਤੁਹਾਡੇ ਗੁਰੂ ਦੀ ਸ਼ਰਨ ਵਿੱਚ ਤੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਹੈ। ਉਹਦੀ ਸ਼ਰਨ ਵਿੱਚ ਤੇ ਸਾਰਾ ਬ੍ਰਹਿਮੰਡ ਆਉਂਦਾ ਹੈ। ਤੇ ਜਿਹੜਾ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ ਜਿਹੜਾ ਆਉਂਦਾ ਉਹਨੂੰ ਆਂਦਾ ਵੀ ਆ ਜਾ ਸੇਵਾ ਕਰ ਲੈ ਤੂੰ ਵੀ। ਉਹ ਜੇ ਦੇਵਤਾ ਆ ਗਿਆ ਹੋਵੇਗਾ ਤੇ ਉਹ ਵੀ 4 ਇੱਟਾਂ ਚੁੱਕ ਕੇ ਵਗਾ ਗਿਆ, ਇਹਦੇ ਵਿੱਚ ਉਹਦਾ ਦੋਸ਼ ਕੀ ਹੋਇਆ? ਤੇ ਕਿਉਂ ਇੱਕ ਦੂਜੇ ਨਾਲ ਲੜੀ ਜਾਂਦੇ ਹੋ ਬਿਨਾਂ ਕੰਮ ਤੋਂ? ਕੁਝ ਮੁੱਦੇ ਐਸੇ ਨੇ ਜਿਨ੍ਹਾਂ ਦਾ ਕੋਈ ਰੀਜਨ ਨਹੀਂ, ਜਿਹੜੇ ਅਸੀਂ ਖੜੇ ਕਰ ਦਿੱਤੇ ਨੇ ਬਿਨਾਂ ਕੰਮ ਤੋਂ, ਕੋਈ ਰੀਜਨ ਨਹੀਂ ਉਹਨਾਂ ਦਾ। ਇਸ ਲਈ ਮਹਾਰਾਜ ਕਹਿੰਦੇ ਨੇ ਪਹਿਲਾਂ ਆਪਣੇ ਮੰਜੇ ਥੱਲੇ ਸੋਟੀ ਫੇਰ, ਆਪਣੇ ਮੰਜੇ ਥੱਲੇ ਸੋਟੀ ਫੇਰ, ਫਿਰ ਅੱਗੇ ਗੱਲ ਕਰੀ। ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਇੱਥੇ ਤੇ ਹੈ ਹੀ ਆਪਣੇ ਆਪ ਨੂੰ ਖੋਜਣ ਦੀ ਗੱਲ ਹੈ। ਦੁਨੀਆ ਕਿੰਨੀ ਤਰ੍ਹਾਂ ਦੀ ਹੈ, ਸੰਸਾਰ ਕਿੰਨੀ ਤਰ੍ਹਾਂ ਦਾ ਹੈ, ਉਹਦੀ ਵੀ ਵਿਆਖਿਆ ਗੁਰੂ ਸਾਹਿਬ ਨੇ ਕੀਤੀ ਹੈ। ਸਾਧ ਸੰਗਤ ਜੀ ਇਹ ਸਰਗੁਣ ਤੇ ਨਿਰਗੁਣ ਦਾ ਸਰੂਪ ਹੈ। ਜਿਹੜਾ 10 ਪਾਤਸ਼ਾਹਾਂ ਤੇ ਇੱਕ ਸਿੱਖ ਆਉਂਦਾ ਭਾਈ ਭਗੀਰਥ, ਗੁਰੂ ਸਾਹਿਬ ਦਾ ਪ੍ਰੇਮੀ ਬਣ ਜਾਂਦਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ। ਜਦੋਂ ਮਹਾਰਾਜ ਰਹਿੰਦੇ ਸੀ ਅਜੇ ਗੁਰਤਾ ਗੱਦੀ ਨਹੀਂ ਸਨ ਲਾਉਣ ਲੱਗੇ, ਅਜੇ ਆਮ ਵਿਚਰਦੇ ਸਨ। ਕੁਝ ਸੰਗਤ ਆਉਂਦੀ ਸੀ, ਕੁਝ ਦਰਸ਼ਨ ਕਰਦੀ ਸੀ। ਉਹ ਜਿਹੜਾ ਸਾਧ ਸੰਗਤ ਜੀ ਭਗੀਰਥ ਹੈ, ਉਹਨੂੰ ਗੁਰੂ ਸਾਹਿਬ ਨੇ ਲਾਹੌਰ ਭੇਜਿਆ ਕੋਈ ਸਮਾਨ ਲੈਣ ਵਾਸਤੇ। ਸਮਾਨ ਲੈਣ ਗਿਆ ਤੇ ਜਿਹੜਾ ਵੱਡਾ
ਵਪਾਰੀ ਸੀ, ਸ਼ਾਹੂਕਾਰ ਸੀ। ਉਹ ਕਹਿੰਦਾ ਵੀ ਇਹ ਸਮਾਨ ਕੱਲ੍ਹ ਨੂੰ ਮਿਲੇਗਾ ਤੇ ਰਾਤ ਤੈਨੂੰ ਲਾਹੌਰ ਰਹਿਣਾ ਪਊ। ਉਹ ਉੱਥੇ ਮਨ ਸੁਖ ਦੇ ਘਰ ਰਹਿ ਗਿਆ ਰਾਤ। ਤੇ ਜਦੋਂ ਸਵੇਰਾ ਹੋਇਆ ਨਾ ਤੇ ਭਾਈ ਭਗੀਰਥ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਕੇ ਤੇ ਚੌਂਕੜਾ ਲਾ ਕੇ ਸਿਮਰਨ ਵਿੱਚ ਜੁੜ ਗਿਆ। ਕਿੱਥੋਂ ਸਿੱਖ ਦਾ ਪ੍ਰਭਾਵ ਪੈਂਦਾ ਪ੍ਰਚਾਰ ਦਾ। ਪ੍ਰਚਾਰ ਬੋਲ ਕੇ ਵੀ ਹੁੰਦਾ ਹੈ ਤੇ ਪ੍ਰਚਾਰ ਚੁੱਪ ਕਰਕੇ ਵੀ ਹੁੰਦਾ। ਸਿੱਖ ਦੇ ਅੰਦਰ ਕਰਨੀ ਹੋਵੇ ਤੇ ਸਾਧ ਸੰਗਤ ਜੀ, ਜ਼ਰੂਰੀ ਨਹੀਂ ਕਿ ਸਾਨੂੰ ਕਥਾ ਆਉਂਦੀ ਹੈ ਤੇ ਤਾਂ ਹੀ ਪ੍ਰਚਾਰ ਹੋਵੇਗਾ। ਸਿੱਖ ਤੇ ਉਹ ਹੁੰਦਾ ਜਿਹੜਾ ਜਿੱਥੋਂ ਲੰਘ ਜਾਏ ਉੱਥੋਂ ਸਿੱਖੀ ਪੈਦਾ ਹੋਣ ਲੱਗ ਜਾਏ। ਉਹਦੇ ਵਿੱਚ ਇੰਨੀ ਪਾਵਰ ਹੁੰਦੀ ਹੈ, ਇੰਨੀ ਸ਼ਕਤੀ ਹੁੰਦੀ ਹੈ। ਜਦੋਂ ਗੁਰਸਿੱਖ ਭਾਈ ਭਗੀਰਥ ਨੇ ਚੌਂਕੜਾ ਲਾਇਆ, ਸ਼ਬਦ ਦੇ ਵਿੱਚ ਸੁਰਤ ਜੋੜੀ, ਗੁਰੂ ਸਾਹਿਬ ਨੇ ਜੋ ਅੰਦਰ ਦਾ ਸੁੱਖ ਵਿਖਾਇਆ ਸੀ, ਜੋ ਅੰਦਰ ਦਾ ਆਨੰਦ ਵਿਖਾਇਆ ਸੀ, ਉਹ ਸਿਮਰਨ ਜਦੋਂ ਕੀਤਾ ਪਿਆਰ ਦੇ ਨਾਲ ਤੇ ਉਹਦੀ ਲਹਿਰ ਬਣੀ ਜਦੋਂ ਘਰ ਦੇ ਵਿੱਚ, ਤੇ ਮਨ ਸੁਖ ਪ੍ਰਭਾਵਿਤ ਹੋ ਕੇ ਉਹਦੇ ਕੋਲ ਆ ਕੇ ਚੌਂਕੜਾ ਲਾ ਕੇ ਬੈਠ ਗਿਆ, ਸਿਮਰਨ ਕੀਤਾ। ਜਦੋਂ ਇੱਕ ਵਾਰੀ ਆਪਾਂ ਵੀ ਉਸ ਮਾਹੌਲ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ, ਉੱਚੀ ਆਵਾਜ਼ ਵਿੱਚ ਸਾਰੇ ਬੋਲਿਆ ਕਰੋ, ਕਿਉਂਕਿ ਤੁਸੀਂ ਜਦੋਂ ਮਸਾਲਾ ਜਿਹਾ ਲੱਗਦਾ ਉਦੋਂ ਤੇ ਬੜੀ ਉੱਚੀ ਉੱਚੀ ਬੋਲਦੇ ਹੋ, ਤੇ ਜਦੋਂ ਕੋਈ ਅਧਿਆਤਮ ਦੀ ਗੱਲ ਹੁੰਦੀ ਹੈ ਉਦੋਂ ਤੁਸੀਂ ਹੌਲੀ ਬੋਲਦੇ ਹੋ। ਇਹ ਸਾਰਾ ਗੁਰੂ ਅਧਿਆਤਮ ਦੀ ਗੱਲ ਕਰਦਾ। ਹੁਣੇ ਕੋਈ ਇੱਥੇ ਮਸਾਲਾ ਸ਼ੁਰੂ ਕਰ ਦਿਓ, ਵੇਖੋ ਇੱਕ ਦੂਜੇ ਤੋਂ ਉੱਚੀ ਪੱਗ ਦਿਸਦੀ ਹੈ ਵਿੱਚੋਂ। ਨਹੀਂ ਸਾਧ ਸੰਗਤ ਜੀ, ਇਹ ਮਨ ਦੀਆਂ ਖੁਰਾਕਾਂ ਨੇ ਸਾਡੀਆਂ ਨਿੰਦਿਆ ਦੀਆਂ। ਅਸੀਂ ਇੱਥੋਂ ਵੀ ਨਿੰਦਿਆ ਲੱਭਣ ਆ ਜਾਂਦੇ ਹਾਂ। ਇੱਕ ਥਾਂ ਤੇ ਮੈਂ ਕਥਾ ਕਰਨ ਗਿਆ ਤੇ ਮੈਂ ਪਰਤ ਕੇ ਪ੍ਰਸ਼ਾਦਾ ਛਕਾਉਣ ਲੱਗੇ, ਕਹਿੰਦੇ ਜੀ ਗਿਆਨੀ ਜੀ ਤਵਾ ਧੂਆ ਨਹੀਂ ਲਾਇਆ ਤੁਸੀਂ ਕਿਸੇ ਤੇ। ਮੈਂ ਕਿਹਾ ਤਵਾ ਲੰਗਰ ਵਿੱਚ ਹੁੰਦਾ ਹੈ, ਸਟੇਜ ਤੇ ਕਥਾ ਹੁੰਦੀ ਹੈ। ਕਹਿੰਦੇ ਨਹੀਂ ਵਾਹ ਵਾਹ, ਜਰਾ ਇੱਕ ਵਾਰੀ ਜਾਗ ਜੀ ਆ ਜਾਂਦੀ ਹੈ। ਮੈਂ ਕਿਹਾ ਫਿਰ ਉੱਥੇ ਬਾਹਰ ਤਾਸ਼ ਖੇਡ ਲੈਣਾ ਸੀ, ਗੁਰਦੁਆਰੇ ਕੀ ਲੈਣ ਆਏ ਹੋ? ਜਦੋਂ ਉਹ ਹੀ ਚੀਜ਼ਾਂ ਤੁਸੀਂ ਇੱਥੇ ਕਰਨੀਆਂ ਨੇ ਜਿਹੜੀਆਂ ਬਾਹਰ ਸਨ। ਉਹ ਹੀ ਕੰਨ ਰਸ, ਉਹ ਹੀ ਨਿੰਦਿਆ। ਕਿਸੇ ਦੀ ਵੀ ਨਿੰਦਿਆ ਹੋਵੇਗੀ, ਅਸੀਂ ਕਦੀ ਕਿਸੇ ਨੂੰ ਫੜ ਲਾਂਗੇ, ਕਦੀ ਕਿਸੇ ਨੂੰ। ਸੁਣਨ ਵਾਲੇ ਵੀ ਖੁਸ਼ ਤੇ ਬੋਲਣ ਵਾਲਾ ਵੀ ਖੁਸ਼। ਜੇ ਪਿਓ ਦੀ ਗੱਲ ਹੋਵੇ ਜੋ 1430 ਅੰਗਾਂ ਵਿੱਚ ਲਿਖਿਆ ਤੇ ਉਸੇ ਵੇਲੇ ਸਾਨੂੰ ਨੀਂਦ ਆਉਣ ਲੱਗ ਪੈਂਦੀ ਹੈ। ਗੁਰੂ 1430 ਅੰਗਾਂ ਵਿੱਚ ਕੀ ਕਹਿੰਦਾ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇਹ ਸਿਮਰਨ ਹੈ, ਸ਼ਬਦ ਸੁਰਤ ਦਾ ਸਿਮਰਨ। ਸੋ ਸਾਰੇ ਜੀ ਸਾਵਧਾਨ ਹੋ ਕੇ ਚੌਂਕੜਾ ਲਾ ਕੇ ਆਪਣੀ ਆਵਾਜ਼ ਨੂੰ ਸੁਣਨਾ ਹੈ ਔਰ ਤਾਣ ਨਾਲ ਬੋਲਣਾ। ਇੱਕ ਦੂਜੇ ਵੱਲੋਂ ਨਹੀਂ ਵੇਖਣਾ ਵੀ ਤੂੰ ਬੋਲਦਾ ਪਿਆ ਕਿ ਨਹੀਂ ਬੋਲਦਾ। ਆਪਾਂ ਆਪ ਬੋਲਣਾ ਪੂਰੀ ਆਵਾਜ਼ ਦੇ ਵਿੱਚ। ਕਰੋ ਕਿਰਪਾ ਸਾਰੇ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਿੱਖੀ ਦਾ ਮੁੱਖ ਕਾਰਜ ਨਾਮ ਜਪਣਾ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ, ਧਰਮ ਦੀ ਕਿਰਤ ਕਰਨੀ, ਸੱਚ ਦੇ ਨਾਲ ਖਲੋਣਾ, ਜ਼ਮੀਰ ਦਾ ਜੀਵਨ ਜਿਉਣਾ, ਇਹਨੂੰ ਸਿੱਖੀ ਕਹਿੰਦੇ ਨੇ। ਤੇ ਸਾਧ ਸੰਗਤ ਜੀ ਧਿਆਨ ਦਿਓ, ਇਹ ਜਦੋਂ ਭਾਈ ਭਗੀਰਥ ਲਾਹੌਰ ਵਿੱਚ ਵਪਾਰੀ ਦੇ ਘਰ ਵਿੱਚ ਸਿਮਰਨ ਕਰਦਾ ਤੇ ਉਹਦਾ ਨਾਂ ਸੀ ਮਨਸੁਖ। ਉਹ ਵੀ ਖੋਜੀ ਸੀ ਆਤਮ ਤੱਤ ਦਾ, ਅੰਦਰ ਦਾ ਖੋਜੀ ਸੀ, ਪਰ ਉਹਨੂੰ ਕੋਈ ਮਿਲਿਆ ਨਹੀਂ ਸੀ। ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਚਿਰ ਰਾਹ ਨਹੀਂ ਲੱਭਦਾ। ਉਹਨੇ ਪੁੱਛਿਆ ਕਿ ਇਹ ਕਹਿੰਦੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਕਹਿੰਦੇ ਤੇਰੇ ਚਿਹਰੇ ਤੇ ਬੜੀ ਸ਼ਾਂਤੀ ਹੈ, ਮੈਨੂੰ ਵੀ ਦਰਸ਼ਨ ਕਰਾ ਆਪਣੇ ਗੁਰੂ ਦੇ। ਲੈ ਕੇ ਆ ਗਿਆ ਸੁਲਤਾਨਪੁਰ ਸਾਹਿਬ। ਭਾਈ ਭਗੀਰਥ ਮਨਸੁਖ ਨੂੰ ਨਾਲ ਲੈ ਆਇਆ। ਵਪਾਰੀ ਸੀ, ਬੜਾ ਬਿਜ਼ਨਸਮੈਨ, ਬਹੁਤ ਵੱਡਾ। ਪਰ ਜਦੋਂ ਗੁਰੂ ਸਾਹਿਬ ਦੇ ਕੋਲ ਆਇਆ ਨਾ, ਮਹਾਰਾਜ ਦੁਕਾਨ ਤੇ ਸੌਦਾ ਤੋਲਦੇ ਸੀ ਪਏ ਮੋਦੀਖਾਨੇ ਵਿੱਚ। ਮਨਸੁਖ ਨੇ ਸੋਚਿਆ ਪਤਾ ਨਹੀਂ ਇਹ ਹੁਣ ਬਾਬਾ ਹੈ ਵੀ ਕਿ ਨਹੀਂ, ਕਿਉਂਕਿ ਦੁਕਾਨ ਤੇ ਬੈਠਾ ਸੀ। ਉਹਨੇ ਤੇ ਸੋਚਿਆ ਸੀ ਬਾਬਾ ਤਾਂ ਹੋਵੇਗਾ ਵੀ ਵੱਡਾ ਸਾਰਾ ਸਰਾਣਾ, ਉੱਚਾ ਜਿਹਾ ਪਲੰਗ, 5-4 ਬੰਦੇ ਅੱਗੇ ਪਿੱਛੇ ਬੈਠੇ ਹੋਣਗੇ। ਤਾਂ ਉਹਨੇ ਵੇਖਿਆ ਚੰਗਾ ਗੁਰੂ ਹੈ ਜਿਹੜਾ ਸੌਦਾ ਤੋਲਦਾ। ਉਹਨੂੰ ਕੀ ਪਤਾ ਸੀ ਇਹ ਚੋਜੀ ਪ੍ਰੀਤਮ ਹੈ, ਚੋਜ ਕਰ ਰਿਹਾ। ਉਹਨੇ ਮਨ ਦੇ ਵਿੱਚ ਗੁਰੂ ਦੀ ਪ੍ਰੀਖਿਆ ਲਈ ਵੀ ਜੇ ਗੁਰੂ ਸਾਹਿਬ ਮੇਰਾ ਨਾਂ ਦੱਸ ਦੇਣਾ ਵੀ ਮੇਰਾ ਨਾਮ ਮਨਸੁਖ ਹੈ ਤੇ ਮੈਂ ਇਹਨਾਂ ਨੂੰ ਗੁਰੂ ਮੰਨਾਂਗਾ। ਜਦੋਂ ਨੇੜੇ ਆਇਆ ਤੇ ਮਹਾਰਾਜ ਨੂੰ ਮਿਲਿਆ, ਨਮਸਕਾਰ ਕੀਤੀ ਤੇ ਮਹਾਰਾਜ ਕਹਿੰਦੇ ਭਗੀਰਥ ਆ ਜਿਹਨੂੰ ਤੂੰ ਨਾਲ ਲਿਆਇਆ ਇਹਨੇ ਨਾਂ ਤੇ ਮਨਸੁਖ ਰਖਾਇਆ, ਪਰ ਮਨ ਕਰਕੇ ਸੁਖੀ ਹੈ ਨਹੀਂ। ਇਹ ਇੱਕ ਗੁਰੂ ਨੂੰ ਕਰਨਾ ਪੈਂਦਾ ਵਿਸ਼ਵਾਸ ਬਣਾਉਣ ਵਾਸਤੇ। ਹੋਰ ਇਹ ਹੈ ਤੇ ਰਿੱਧੀ ਸਿੱਧੀ ਹੋਈ ਦੂਜੇ ਦੇ ਮਨ ਦੀ ਗੱਲ ਜਾਣ ਲੈਣੀ, ਨਾ ਜਾਣ ਲੈਣਾ। ਉਦੋਂ ਤੋਂ ਇਹ ਸੇਵਕ ਬਣ ਗਿਆ ਤੇ ਪ੍ਰੇਮੀ ਬਣ ਗਿਆ ਤੇ ਇਹਨੇ ਸਿੱਖੀ ਕਮਾਈ। ਸੁਲਤਾਨਪੁਰ ਸਾਹਿਬ ਵਿੱਚ ਭਾਈ ਮਨਸੁਖ ਇਹ 2 ਸਿੱਖ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖਾਂ ਵਿੱਚੋਂ ਹੋਏ ਨੇ। ਜਦੋਂ ਬੜਾ ਚਿਰ ਹੋ ਗਿਆ ਤੇ ਇਹਦੇ ਪਿਛਲੇ ਜਿਹੜੇ ਪਾਰਟਨਰ ਸਨ ਬਿਜ਼ਨਸਮੈਨ, ਉਹਨਾਂ ਨੇ ਕਿਹਾ ਵੀ ਮਨਸੁਖ ਕਿੱਧਰ ਗਿਆ। ਘਰਦਿਆਂ ਨੇ ਕਿਹਾ ਵੀ ਇੱਕ ਸਾਧ ਆਇਆ ਸੀ, ਉਹ ਨਾਲ ਲੈ ਗਿਆ ਤੇ ਉੱਥੇ ਕੋਈ ਤਪਾ ਨਾਨਕ ਉਹਦੇ ਕੋਲ ਰਹਿੰਦੇ ਨੇ। ਸਾਧ ਸੰਗਤ ਜੀ ਉਹ ਵਪਾਰੀ ਪਿੱਛੇ ਆ ਗਏ, ਆਣ ਕੇ ਗੁਰੂ ਨਾਨਕ ਸਾਹਿਬ ਨੂੰ ਮਿਲੇ। ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਤੁਹਾਡਾ ਬੰਦਾ ਸਾਡਾ, ਤੁਸੀਂ ਬੰਦਾ ਖਰਾਬ ਕਰ ਦਿੱਤਾ, ਸਾਡਾ ਚੰਗਾ ਭਲਾ ਬਿਜ਼ਨਸ ਚੱਲਦਾ ਸੀ। ਮਹਾਰਾਜ ਕਹਿੰਦੇ ਖਰਾਬ ਕਰ ਦਿੱਤਾ, ਕਿਉਂਕਿ ਜਿਹੜਾ ਧਰਮ ਤੇ ਤੁਰੇ ਨਾ ਉਹਨੂੰ ਦੁਨੀਆ ਕਹਿੰਦੀ ਇਹਨੂੰ ਖਰਾਬ ਕਰ ਦਿੱਤਾ। ਸੰਸਾਰੀ ਦੀ ਨਜ਼ਰ ਵਿੱਚ ਧਾਰਮਿਕ ਖਰਾਬ ਕੀਤਾ ਹੋਇਆ ਬੰਦਾ ਹੈ। ਮਹਾਰਾਜ ਕਹਿੰਦੇ ਵੀ ਅਸੀਂ ਤੇ ਖਰਾਬ ਨਹੀਂ ਕੀਤਾ ਭਾਈ। ਕੀ ਗੱਲ? ਕਹਿੰਦੇ ਇਹਦਾ ਬਿਜ਼ਨਸ ਬੜਾ ਤਗੜਾ ਤੇ ਸਾਡੇ ਨਾਲ ਇਹਦਾ ਸਾਂਝਾ ਬਿਜ਼ਨਸ ਹੈ, ਤੁਸੀਂ ਇਹਨੂੰ ਇੱਥੇ ਰੱਖਿਆ। ਕਹਿੰਦੇ ਅਸੀਂ ਤੇ ਕਿਸੇ ਨੂੰ ਰੱਖੇ ਨਹੀਂ, ਪੁੱਛੋ ਲੈ ਜਾਓ ਉਹਨੂੰ ਨਾਲ। ਹੁਣ ਇਹ ਇੱਕ ਪ੍ਰੇਮ ਦਾ ਰਸ ਹੈ ਸਾਧ ਸੰਗਤ ਦੀ, ਜਿਹੜਾ ਦੁਨੀਆ ਤੋਂ ਅਲੱਗ ਹੈ, ਬਾਹਰ ਨਹੀਂ ਇਹਦਾ ਕੋਈ ਪਤਾ ਲੱਗਦਾ ਹੈ ਕੀ ਹੈ। ਇਹ ਜਿਹਨੂੰ ਹੁੰਦਾ ਉਹਨੂੰ ਪਤਾ ਲੱਗਦਾ ਸਿਰਫ, ਉਹ ਇਹਦੇ ਵਿੱਚ ਕਿੰਨਾ ਖਮੋਰੀ ਵਿੱਚ ਚਲਾ ਜਾਂਦਾ ਹੈ। ਉਹਨਾਂ ਮਨਸੁਖ ਨੂੰ ਸਾਧ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਨਸੁਖ ਇਹ ਤੇਰੇ ਨਾਲ ਦੇ ਵਪਾਰੀ ਕਹਿੰਦੇ ਵੀ ਇਹ ਸਾਡਾ ਵਪਾਰ ਖਤਮ ਹੁੰਦਾ ਜਾਂਦਾ ਤੇ ਤੂੰ ਇਹਨਾਂ ਦੇ ਨਾਲ ਚਲਾ ਜਾ, ਵਾਪਸ ਜਾ ਤੂੰ, ਅਸੀਂ ਕਿਸੇ ਨੂੰ ਨਹੀਂ ਰੋਕਦੇ ਆਪਣੇ ਕੰਮਕਾਰ ਤੋਂ। ਭਾਈ ਮਨਸੁਖ ਕਹਿੰਦਾ ਮਹਾਰਾਜ ਜਾਵਾਂ ਕਿਵੇਂ?
ਜਦੋਂ ਤੁਹਾਡੇ ਤੋਂ ਦੂਰ ਹੁੰਨਾ ਜਿੰਦ ਅੰਦਰੋਂ ਤੜਫਣ ਲੱਗ ਪੈਂਦੀ ਹੈ। ਇਹ ਗੁਰੂ ਦਾ ਪਿਆਰ ਹੈ। ਕਹਿੰਦੇ ਫਿਰ ਇਹਨਾਂ ਦੀ ਗੱਲ ਸੁਣ ਲੈ, ਧੱਕੇ ਧੌੜੇ ਨਾਲ ਘੱਲਿਆ, ਥੋੜੀ ਦੂਰ ਲੈ ਕੇ ਗਏ ਤੇ ਭਾਈ ਮਨਸੁਖ ਫਿਰ ਵਾਪਸ ਦੌੜ ਕੇ ਆਇਆ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਲੰਮਾ ਪੈ ਗਿਆ। ਕਹਿੰਦੇ ਮਹਾਰਾਜ ਤੁਹਾਡੇ ਤੋਂ ਬਿਨਾਂ ਜਿੰਦ ਨਿਕਲਦੀ ਸਰੀਰ ਦੇ ਵਿੱਚੋਂ, ਇਹ ਸਿੱਖ ਦੀ ਨਿਸ਼ਾਨੀ ਹੈ, ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਮਹਾਰਾਜ ਨੇ ਫਿਰ ਵੇਖਿਆ ਵੀ ਇਹਦਾ ਜਾਣਾ ਵੀ ਜ਼ਰੂਰੀ ਹੈ, ਪਰ ਇਹ ਮੈਨੂੰ ਛੱਡਣਾ ਵੀ ਨਹੀਂ ਚਾਹੁੰਦਾ। ਸੋ ਗੁਰੂ ਸਾਹਿਬ ਨੇ ਕਿਹਾ ਵੀ ਲਿਆਓ ਕਾਗਜ਼। ਗੁਰੂ ਦਾ ਸਰੂਪ ਕੀ ਹੈ ਸਿੱਖੋ, ਇਹ ਵੀ ਜਾਣੋ, ਜਿੰਨਾ ਚਿਰ ਤੁਸੀਂ ਪੜ੍ਹਿਆ ਨਾ, ਯਾਦ ਰੱਖਿਓ ਹਰ ਇੱਕ ਲਹਿਰ ਤੁਹਾਨੂੰ ਅਖੀਰ ਨੂੰ ਖਤਮ ਕਰਕੇ ਖਰਾਬ ਕਰਕੇ ਜਾਏਗੀ। ਲਹਿਰਾਂ ਬੜੀਆਂ ਉੱਠੀਆਂ ਨੇ ਪਿਛਲੇ ਸਮੇਂ ਦੇ ਵਿੱਚ। ਇਹ ਨਾ ਸੋਚਿਓ ਕਿਤੇ ਵੀ ਕੋਈ ਆਹ ਪਾਰਟੀ ਠੀਕ ਹੈ ਤੇ ਆਹ ਗਲਤ ਹੈ। ਠੀਕ ਉਹਨੂੰ ਤੁਸੀਂ ਹੀ ਰੱਖਣਾ ਹੈ। ਜੇ ਤੁਸੀਂ ਮੌਕਾ ਦੇ ਦਿੱਤਾ ਉਹਨੇ ਫਿਰ ਤੁਹਾਡਾ ਨੁਕਸਾਨ ਕਰਨਾ। ਉਹ ਤਾਂ ਤੁਹਾਡਾ ਫਾਇਦਾ ਤੁਹਾਡੀ ਆਪਣੀ ਪਹਿਰੇਦਾਰੀ ਤੇ ਹੈ, ਨਾ ਕਿ ਕੋਈ ਤੁਹਾਡੇ ਤੇ ਤਰਸ ਕਰੇਗਾ। ਇਸ ਦੇਸ਼ ਦਾ ਹੁਕਮਰਾਨ, ਇਹ ਯਾਦ ਰੱਖਿਓ, ਕਦੀ ਦਿੱਲੀ ਦਾ ਹੁਕਮਰਾਨ ਕਦੀ ਤੁਹਾਡੇ ਤੇ ਤਰਸ ਨਹੀਂ ਕਰੇਗਾ। ਸਿਰਫ ਉਹਦੀ ਮਜਬੂਰੀ ਬਣ ਜਾਏਗੀ ਤਾਂ ਤਰਸ ਕਰੇਗਾ। ਉਹ ਮਜਬੂਰੀ ਤਾਂ ਬਣੇਗੀ ਜੇ ਤੁਸੀਂ ਅਵੇਅਰ ਹੋਵੋਗੇ, ਪੜ੍ਹੇ ਹੋਵੋਗੇ। ਤੇ ਇਸ ਲਈ ਨਾਅਰੇ ਵੀ ਲਾਓ, ਨਿਸ਼ਾਨ ਸਾਹਿਬ ਵੀ ਲਾਓ, ਰੋਡ ਸ਼ੋਅ ਵੀ ਕਰੋ, ਸਾਰਾ ਕੁਝ ਕਰੋ, ਮਾੜਾ ਨਹੀਂ, ਜਲਾਓ ਏ, ਪਰ ਰੋਜ਼ ਅੱਧਾ ਘੰਟਾ ਪੜ੍ਹੋ ਜ਼ਰੂਰ। ਕੋਈ ਚੰਗੀ ਕਿਤਾਬ ਗੁਰਬਾਣੀ ਦੀ ਪੜ੍ਹ ਲਓ, ਕਿਸੇ ਚੰਗੇ ਰਾਜਨੀਤਿਕ ਦੀ ਪੜ੍ਹ ਲਓ, ਕੋਈ ਪੜ੍ਹ ਲਓ, ਪੜ੍ਹੋ ਜ਼ਰੂਰ। ਪੜ੍ਹਨ ਤੋਂ ਬਿਨਾਂ ਫਿਰ ਨਹੀਂ ਤੇ ਇਹਨਾਂ ਨੇ ਤੁਹਾਨੂੰ ਕਿਸੇ ਨਾ ਕਿਸੇ ਲਹਿਰ 'ਚ ਫਿਰ ਅੱਗੇ ਆਪਾਂ 1.5 ਲੱਖ ਨੌਜਵਾਨ ਜਿਹੜਾ ਉਹ ਸਾਡਾ ਸ਼ਹੀਦ ਹੋਇਆ ਇਹਨਾਂ ਦੀਆਂ ਪਾਲਿਸੀਆਂ ਕਰਕੇ। ਉਹ ਕੋਈ ਅੱਤਵਾਦੀ ਨਹੀਂ ਸੀ, ਉਹ ਇਹਨਾਂ ਨੇ ਆਪ ਬਣਾਇਆ, ਉਹਨਾਂ ਦਾ ਤਸ਼ੱਦਦ ਕਰਕੇ ਉਹਨਾਂ ਦੇ ਉੱਤੇ। ਤੇ ਫਿਰ ਖਾਲਸੇ ਦੇ ਜਿਹੜਾ ਤਸ਼ੱਦਦ ਕਰਦਾ, ਫਿਰ ਖਾਲਸਾ ਉਹਦਾ ਜਵਾਬ ਤੇ ਦਿੰਦਾ ਹੀ। ਇਹਦੇ 'ਚ ਕਿਹੜੀ ਗੱਲ ਹੈ। ਭਾਈ ਮਨਸੁਖ ਜਦੋਂ ਵਾਪਸ ਆਇਆ, ਗੁਰੂ ਸਾਹਿਬ ਨੇ ਕਿਹਾ ਕਾਗਜ਼ ਲਿਆ ਮਨਸੁਖ। ਜਦੋਂ ਕਾਗਜ਼ ਲਿਆਂਦਾ, ਗੁਰੂ ਸਾਹਿਬ ਨੇ ਉਸ ਕਾਗਜ਼ ਦੇ ਉੱਤੇ ਗੁਰਬਾਣੀ ਦੇ ਸ਼ਬਦ ਲਿਖ ਦਿੱਤੇ ਤੇ ਮਨਸੁਖ ਨੂੰ ਕਿਹਾ ਰੁਮਾਲ ਲੈ ਕੇ ਆ, ਉੱਤੇ ਰੱਖਿਆ। ਕਹਿਣ ਲੱਗੇ ਮਨਸੁਖ ਲੈ, ਜਦੋਂ ਇਹ ਸ਼ਬਦ ਪੜ੍ਹ ਕੇ ਅਰਦਾਸ ਕਰੇਗਾ ਤੈਨੂੰ ਦਰਸ਼ਨ ਹੋਣਗੇ, ਸਾਡੇ ਸ਼ਬਦ ਦੇ ਵਿੱਚੋਂ ਦੀਦਾਰ ਹੋਣਗੇ। ਇਸ ਦਰਸ਼ਨ ਹੋਣਗੇ ਸ਼ਬਦ ਦੇ ਵਿੱਚੋਂ। ਦੂਜੀ ਗੱਲ, ਮਨਸੁਖ ਤੂੰ ਆਉਣ ਵਾਲੇ ਸਿੱਖਾਂ ਦਾ ਵੀ ਭਲਾ ਕਰ ਚੱਲਾਂ, ਕਿਉਂਕਿ ਅੱਜ ਸਾਡਾ ਸਰੀਰ ਹੈ, ਕੱਲ ਨੂੰ ਸਾਡਾ ਸਰੀਰ ਇੱਥੇ ਨਾ ਹੋਇਆ ਤੇ ਪਿਛਲੇ ਸਿੱਖਾਂ ਨੇ ਜਦੋਂ ਦਰਸ਼ਨ ਕਰਨਾ ਹੋਇਆ ਉਹ ਕੀ ਕਰਨਗੇ। ਤੇ ਮੈਂ ਐਵੇਂ ਦਾ ਸਰੂਪ ਧਾਰ ਲਾਂਗਾ, ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਐਵੇਂ ਦਾ ਧਾਰ ਲਾਂਗਾ, ਸਿੱਖ ਜਿਹੜੇ ਦੇਸ਼ ਵਿੱਚ ਜਾ ਕੇ ਏਅਰਪੋਰਟ ਤੇ ਉਤਰੇਗਾ, ਉੱਥੇ ਅੱਗੇ ਮੇਰਾ ਝੰਡਾ ਝੂਲਦਾ ਹੋਵੇਗਾ ਉਸ ਦੇਸ਼ ਦੇ ਵਿੱਚ। ਤੇ ਅੱਜ ਵੀ ਜਦੋਂ ਕੋਈ ਨੌਜਵਾਨ ਕੋਈ ਜਾਂਦਾ ਹੈ ਜਿਹਦਾ ਕੋਈ ਉੱਥੇ ਰਿਸ਼ਤੇਦਾਰ ਨਹੀਂ ਹੁੰਦਾ, ਤੇ ਉਹ ਪਹਿਲਾਂ ਫਿਰ ਗੱਡੀ ਵਾਲੇ ਨੂੰ ਕਹਿੰਦਾ ਮੈਨੂੰ ਗੁਰਦੁਆਰੇ ਛੱਡਿਆ। ਉੱਥੇ ਜਾ ਕੇ ਵੇਖੋ ਸਾਰੇ ਜਿਹੜੇ ਵਿਦਿਆਰਥੀ ਨੇ ਬਹੁਤੇ ਉੱਥੋਂ ਪ੍ਰਸ਼ਾਦਾ ਛਕਦੇ ਗੁਰੂ ਘਰਾਂ ਦੇ ਵਿੱਚ। ਇਹ ਗੁਰੂ ਦਾ ਸਰੂਪ ਸਰਬ ਵਿਆਪਕ ਸਾਰੇ ਥਾਵਾਂ ਤੇ ਹੈ। 5 ਮਿੰਟ ਮੇਰੇ ਰਹਿ ਗਏ ਨੇ ਤੇ ਇੱਕ ਗੱਲ ਮੈਂ ਸ਼ੁਰੂ ਕੀਤੀ ਸੀ ਉਹ ਵਿੱਚ ਰਹਿ ਗਈ, ਬਸ ਉਹਨੂੰ ਸਮਾਪਤ ਕਰਕੇ ਮੈਂ ਆਪਣੇ ਟਾਈਮ ਵਿੱਚ ਹੀ ਸਮਾਪਤੀ ਕਰ ਦੇਣੀ। ਮੈਂ ਗੱਲ ਕਰ ਰਿਹਾ ਸੀ ਗੁਰੂ ਦਾ ਪ੍ਰੇਮ ਸਿੱਖ ਦੇ ਵਿੱਚ। ਭਾਈ ਨਿਧਾਨ ਸਿੰਘ ਜੀ ਜਦੋਂ ਵਾਪਸ ਆਉਣ ਲੱਗੇ, ਉੱਥੇ ਧਿਆਨ ਨੂੰ ਲਿਆਓ ਜਿਨ੍ਹਾਂ ਨੇ ਸ਼ੁਰੂ ਤੋਂ ਕਥਾ ਸੁਣੀ ਹੈ, ਦੂਜਿਆਂ ਨੂੰ ਨਹੀਂ ਪਤਾ ਲੱਗੇਗਾ। ਹੁਣ ਮੈਂ ਜੇ ਪਰਤ ਕੇ ਸੁਣਾਉਂਦਾ ਰਿਹਾ ਤੇ ਫਿਰ ਟਾਈਮ ਜ਼ਿਆਦਾ ਹੋ ਜਾਣਾ। ਜਦੋਂ ਬਾਬਾ ਨਿਧਾਨ ਸਿੰਘ ਜੀ ਵਾਪਸ ਆਉਣ ਲੱਗੇ, ਕਲਗੀਧਰ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਹੋਏ ਉੱਥੇ, ਤੇ ਭਾਈ ਨਿਧਾਨ ਸਿੰਘ ਜੀ ਦੀਆਂ ਅੱਖਾਂ ਚੁੰਦੇ ਆ ਗਈਆਂ ਤੇ ਸਤਿਗੁਰੂ ਬੜੇ ਪਿਆਰ ਦੇ ਬਚਨ ਕਰਦੇ ਨੇ। ਕਹਿੰਦੇ ਨਿਧਾਨ ਸਿੰਘਾ, ਕੀ ਗੱਲ ਬੜਾ ਪਿਆਰ ਲੈ ਕੇ ਤੁਰਿਆ ਸੈਂ, ਕੀ ਗੱਲ ਰਾਹ ਵਿੱਚ ਹੀ ਰੁਕ ਗਿਆ? ਕਿਉਂਕਿ ਗੁਰੂ ਜਦੋਂ ਗੁਰੂ ਦੇ ਮਾਰਗ ਤੇ ਤੁਰਨੇ, ਉਹਨੇ ਉੱਚੀ ਦਾਤ ਦੇਣੀ ਹੁੰਦੀ, ਫਿਰ ਕਸਵੱਟੀਆਂ ਤਾਂ ਲੱਗਦੀਆਂ ਹੁੰਦੀਆਂ ਨੇ, ਕਸਵੱਟੀਆਂ ਜ਼ਰੂਰ ਲੱਗਦੀਆਂ ਨੇ। ਚੰਗੇ ਲੋਕਾਂ ਤੇ ਕਸਵੱਟੀਆਂ ਲੱਗਦੀਆਂ ਨੇ। ਚੰਗੇ ਲੋਕਾਂ ਨੂੰ ਲੋਕ ਕਈ ਵਾਰੀ ਗਲਤ ਵੀ ਕਹਿੰਦੇ ਨੇ ਸੰਸਾਰ ਦੇ ਵਿੱਚ। ਉਸ ਵੇਲੇ ਜਦੋਂ ਸਤਿਗੁਰੂ ਮਹਾਰਾਜ ਦਰਸ਼ਨ ਹੋਏ ਤੇ ਕਹਿੰਦੇ ਜਾ ਵਾਪਸ ਉੱਥੇ ਲੰਗਰ ਚਲਾ, ਲੰਗਰ ਵਾਲੀ ਥਾਂ ਤੇ ਜਿੱਥੇ ਅੱਜ ਗੁਰਦੁਆਰਾ ਲੰਗਰ ਸਾਹਿਬ ਹੈ,
ਇਹ ਮਹਾਰਾਜ ਦਾ ਪਹਿਲਾ ਸਥਾਨ ਸੀ ਜਿੱਥੇ 10ਵੇਂ ਪਾਤਸ਼ਾਹ ਜੀ, ਜਿਹੜਾ ਹਜੂਰ ਸਾਹਿਬ ਸਥਾਨ ਤਖਤ ਹੈ ਇਹ ਤੇ ਬਾਅਦ ਵਿੱਚ ਬਣਿਆ, ਜਦੋਂ ਮਹਾਰਾਜ ਦਾ ਇੱਥੇ ਸੰਸਕਾਰ ਕੀਤਾ ਜਾਂ ਗੁਰੂ ਸਾਹਿਬ ਨੇ ਚੋਲਾ ਬਦਲਿਆ ਇਸ ਥਾਂ ਤੇ। ਜਿੱਥੇ ਅੱਜ ਗੁਰਦੁਆਰਾ ਲੰਗਰ ਸਾਹਿਬ ਹੈ, ਗੁਰੂ ਸਾਹਿਬ ਦਾ ਡੇਰਾ ਇਸ ਥਾਂ ਤੇ ਸੀ। ਕਹਿੰਦੇ ਜਾਓ ਸਾਡਾ ਸਥਾਨ ਹੈ ਉੱਥੇ ਲੰਗਰ ਚਲਾ। ਤੇ ਭਾਈ ਨਿਧਾਨ ਸਿੰਘ ਜੀ, ਬਾਬਾ ਨਿਧਾਨ ਸਿੰਘ ਜੀ ਕਹਿੰਦੇ ਮਹਾਰਾਜ ਮੇਰੇ ਤੇ ਆ ਗਲ ਇੱਕ ਕੱਲਾ ਕਮੀਜ਼ ਹੈ ਤੇ ਤੁਸੀਂ ਕਹਿੰਦੇ ਹੋ ਲੰਗਰ ਚਲਾ, ਤੇ ਲੰਗਰ ਕਾਹਦੇ ਨਾਲ ਚਲਾਵਾਂ? ਤੇ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜਾ ਅੱਜ ਤੋਂ ਖੀਸਾ ਮੇਰਾ ਤੇ ਹੱਥ ਤੇਰਾ ਹੋਵੇਗਾ, ਜਿੰਨੀ ਲੋੜ ਹੈ ਉਹਨਾਂ ਕੱਢ ਕੇ ਵਰਤ ਲਈ, ਕਦੀ ਕਮੀ ਨਹੀਂ ਆਵੇਗੀ। ਉਹ ਚੀਜ਼ ਅੱਜ ਵੀ ਉੱਥੇ ਹਜੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਵਿੱਚ ਵਰਤਦੀ ਹੈ। ਉੱਥੇ ਜਾ ਕੇ ਵੇਖੋ ਵੀ ਕਿੱਧਰੋਂ ਆ ਰਿਹਾ, ਕੋਈ ਪਤਾ ਨਹੀਂ ਕਿੱਧਰੋਂ ਇੰਨਾ ਕੁਝ ਆ ਰਿਹਾ ਤੇ ਕਿੱਧਰੋਂ ਇੰਨਾ ਕੁਝ ਜਾ ਰਿਹਾ। ਇਹ ਉਹ ਗੁਰੂ ਕੀ ਬਖਸ਼ਿਸ਼ ਹੈ, ਗੁਰੂ ਕੀ ਰਹਿਮਤ ਹੈ। ਪਰ ਇਹਦੇ ਨਾਲ ਨਾਲ ਸਾਧ ਸੰਗਤ ਜੀ ਸਾਡੀਆਂ ਜਿਹੜੀਆਂ ਬਖਸ਼ਾਂ ਤੇ ਰਹਿਮਤਾਂ ਨੇ, ਇਹਦੇ ਨਾਲ ਨਾਲ ਸਾਨੂੰ ਗੁਰੂ ਕੀ ਬਾਣੀ ਦੀ ਹਰ ਇੱਕ ਨੂੰ ਸੰਥਿਆ ਵੀ ਜ਼ਰੂਰ ਕਰਨੀ ਚਾਹੀਦੀ ਹੈ। ਇਹ ਸਮਾਗਮ ਚੰਗੇ ਨੇ, ਜਲੌ ਹੋ ਜਾਂਦਾ ਇਸ ਤਰ੍ਹਾਂ, ਮੇਲਾ ਜੋੜ ਮੇਲਾ ਬਣ ਜਾਂਦਾ, ਸਾਰੇ ਆ ਜਾਂਦੇ, ਜਿਨ੍ਹਾਂ ਨੂੰ ਨਹੀਂ ਬਾਣੀ ਸਮਝ ਆਉਂਦੀ ਉਹ ਵੀ ਮੱਥਾ ਟੇਕ ਜਾਂਦੇ ਨੇ। ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਦ੍ਰਿੜਤਾ ਤਾਂ ਆਵੇਗੀ ਜੇ ਆਪ ਪੜ੍ਹੋਗੇ, ਤੇ ਆਪ ਬਾਣੀ ਪੜ੍ਹੋਗੇ, ਆਪ ਆਪਣਾ ਇਤਿਹਾਸ ਪੜ੍ਹੋਗੇ, ਆਪਣੀ ਫਿਲਾਸਫੀ ਪੜ੍ਹੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਤੁਹਾਡੀਆਂ ਪੱਗਾਂ ਤੁਹਾਡੇ ਸਿਰ ਤੇ ਕਿਉਂ ਨੇ। ਸਾਨੂੰ ਇੰਨਾ ਪਤਾ ਨਹੀਂ ਵੀ ਸਾਡੇ ਕੋਲ ਕਿੰਨਾ ਬਲ ਹੈ, ਜਿੰਨਾ ਤੁਹਾਡੇ ਵਿੱਚ ਬਲ ਹੈ। ਦੁਸ਼ਮਣ ਨੂੰ ਸਾਡੇ ਬਲ ਦਾ ਪਤਾ ਹੈ, ਔਰ ਤਾਂ ਹੀ ਉਹ ਵਾਰ-ਵਾਰ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਨੂੰ ਵੇਖਿਆ ਵੀ ਦੁਆਲੇ 10 ਲੱਖ ਦਾ ਘੇਰਾ ਪੈ ਗਿਆ, ਤੇ ਬਾਬਾ ਅਜੀਤ ਸਿੰਘ ਜੀ ਵੇਖ ਕੇ ਬੜੇ ਹੱਸੇ, ਬੜੇ ਖੁਸ਼ ਹੋਏ, ਵੱਡੇ ਸਾਹਿਬਜ਼ਾਦੇ। ਤੇ ਇੱਕ ਸਿੰਘ ਕਹਿੰਦਾ ਹੈ ਵੀ ਬਾਬਾ ਜੀ ਕੀ ਗੱਲ, ਇੰਨੀ ਫੌਜ, ਇਹ ਵੇਖ ਕੇ ਖੁਸ਼ ਬੜੇ ਹੋਏ ਹੋ? ਕਹਿਣ ਲੱਗੇ ਖੁਸ਼ ਤਾਂ ਹੋਏ ਆ, ਅੱਜ ਮੈਨੂੰ ਪਤਾ ਲੱਗਾ ਸਾਡੇ ਵਿੱਚ ਕਿੰਨੀ ਤਾਕਤ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਸਾਡੇ ਵਿੱਚ ਤਾਕਤ ਹੈ ਤਾਂ ਹੀ 40 ਨੂੰ ਫੜਨ ਵਾਸਤੇ 10 ਲੱਖ ਆਇਆ, ਜੇ ਮਾੜੀ ਮੋਟੀ ਹੁੰਦੀ ਤੇ 150 ਆ ਜਾਣੇ ਸਨ ਬਸ। ਇਹ ਤਾਕਤ ਦੀ ਨਿਸ਼ਾਨੀ ਹੈ। ਜਿੰਨਾ ਦਬਾਅ ਪੈਂਦਾ, ਜਿੰਨਾ ਅਸਰ ਪੈਂਦਾ, ਜਿੰਨਾ ਪ੍ਰਭਾਵ ਪੈਂਦਾ ਹੈ, ਪਰ ਹਾਂ ਕਿਰਦਾਰ ਹੋਣਾ ਬੜਾ ਜ਼ਰੂਰੀ ਹੈ। ਇਹ ਕਿਰਦਾਰ ਹੀ ਡਿੱਗਿਆ ਸੀ ਜਿਹਨੂੰ ਅੱਜ ਕਹਿੰਦੇ ਹੁਣ ਸਿੱਖਾਂ ਦੀ ਪਾਰਟੀ ਖਤਮ ਹੋ ਗਈ ਹੈ। ਨਹੀਂ, ਸਿੱਖਾਂ ਦੀ ਪਾਰਟੀ ਨਹੀਂ ਖਤਮ ਹੋਈ, ਸਿੱਖਾਂ ਦੀ ਪਾਰਟੀ ਉਸੇ ਤਰ੍ਹਾਂ ਹੀ ਕਾਇਮ ਹੈ। ਇਹ ਕਿਸੇ ਪਰਿਵਾਰ ਦੀ ਪਾਰਟੀ ਖਤਮ ਹੋਈ ਹੋਵੇਗੀ, ਕਿਉਂਕਿ ਕਰਤੂਤਾਂ ਦਾ ਫਲ ਮਿਲਣਾ ਹੀ ਸੀ। ਜੇ ਕਰਤੂਤਾਂ, ਜੇ ਪਿਓ ਨੂੰ ਵੀ ਨਹੀਂ ਛੱਡਿਆ, ਤੇ ਫਿਰ ਸਾਧ ਸੰਗਤ ਜੀ ਉੱਥੇ ਜਦੋਂ ਉਸ ਥਾਂ ਤੇ ਵੀ ਨਹੀਂ ਛੱਡਿਆ ਜਿਹਦਾ ਦਿੱਤਾ ਸਭ ਕੁਝ ਲਿਆ, ਤੇ ਫਿਰ ਇਹ ਹੁੰਦਾ ਹੀ ਹੈ। ਸੋ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਸਾਵਧਾਨ ਹੋਈਏ, ਜਾਗਰਤ ਹੋਈਏ, ਔਰ ਪੜ੍ਹੀਏ ਸਿੱਖੀ ਨੂੰ ਵੀ ਸਿੱਖੀ ਕੀ ਹੈ। 18ਵੀਂ ਸਦੀ ਦੇ ਵਿੱਚ ਸਿੱਖ ਜਿੱਥੇ ਤਲਵਾਰ ਵਾਹੁੰਦੇ ਸੀ, ਉੱਥੇ ਉਹਨਾਂ ਦੇ ਗਲ ਦੇ ਵਿੱਚ ਇੱਕ ਬਸਤਾ ਵੀ ਹੁੰਦਾ ਸੀ ਜਿਹਦੇ ਵਿੱਚ ਉਹਨਾਂ ਦੇ ਗ੍ਰੰਥ ਹੁੰਦੇ ਸਨ। ਉਹ ਰੋਜ਼ 10 ਮਿੰਟ, 15 ਮਿੰਟ, ਅੱਧਾ ਘੰਟਾ ਰੋਜ਼, ਭਾਵੇਂ ਘੋੜੇ ਤੇ ਬਹਿ ਕੇ ਪੜ੍ਹਦੇ ਸਨ ਤਾਂ ਵੀ ਪੜ੍ਹਦੇ ਸਨ। ਅੱਜ ਅਸੀਂ ਪੜ੍ਹਦੇ ਘੱਟ ਹਾਂ ਤੇ ਫੇਸਬੁੱਕ ਜ਼ਿਆਦਾ ਚਲਾਉਂਦੇ ਹਾਂ। ਇਹਦੇ 'ਚ 90% ਤੇ ਝੂਠ ਹੀ ਹੁੰਦਾ ਹੈ। ਇਸ ਲਈ ਆਪਣੀ ਸ਼ਕਤੀ ਪੈਦਾ ਕਰੋ। ਗੁਰੂ ਨੇ ਤੁਹਾਡੇ ਵਿੱਚ ਜੋਤ ਰੱਖੀ ਹੈ, ਕਿਹਾ ਹੈ ਮੈਂ ਖਾਲਸੇ ਮੈਂ ਕਰੋ ਨਿਵਾਸ। ਉਸ ਨਿਵਾਸ ਨੂੰ ਅੰਦਰੋਂ ਵੇਖੋ, ਉਹ ਤੁਹਾਡੇ ਵਿੱਚ ਬੈਠਾ ਹੋਇਆ ਹੈ। ਉਹ ਜ਼ਰੂਰਤ ਹੈ ਤੁਹਾਡੀ, ਉਹ ਤੁਹਾਡੀ ਪਾਵਰ ਹੈ, ਉਹ ਤੁਹਾਡੀ ਤਾਕਤ ਹੈ। ਸੋ ਲੋੜ ਹੈ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਉੱਚਾ ਸੁੱਚਾ ਜੀਵਨ ਕਿਰਦਾਰ ਵਾਲਾ, ਤੇ ਇਹ ਸਮੇਂ ਨੂੰ ਆਪਾਂ ਸਫਲ ਕਰ ਸਕੀਏ। ਸੋ ਅਸਥਾਨ ਦੇ ਪ੍ਰਬੰਧਕ ਵੀਰ ਜਿਹੜੇ ਗੁਰਮੁਖ ਪਿਆਰੇ ਮਹਾਂਪੁਰਸ਼ ਨੇ, ਬਾਬਾ ਜਗਤ ਸਿੰਘ ਜੀ, ਬਾਬਾ ਸੂਬਾ ਸਿੰਘ ਜੀ, ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਵਿੱਚ ਆਪ ਜੁੜਦੇ ਹੋ। ਸੋ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਗਰੀਬ ਨਵਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।